ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰੁਨ ਕੌਰ ਮਾਨ। ਪ੍ਰੋਗਰਾਮ ਪੰਜਾਬ ਐਬਰੋਡ ਇੱਕ ਵਾਰੀ ਫਿਰ ਤੋਂ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਅਰਵਿੰਦਰਪਾਲ ਸਿੰਘ, ਜੋ ਕਿ ਰਾਇਲ ਟਰੈਵਲਸ ਤੋਂ ਨੇ। ਅੱਜ ਵੀ ਉਹ ਸਾਨੂੰ ਦੱਸਣਗੇ ਸਟੂਡੈਂਟ ਵੀਜ਼ਾ ਬਾਰੇ, ਟਰੈਵਲਿੰਗ ਬਾਰੇ, ਕਿਉਂਕਿ ਕਰੋਨਾ ਜਿੱਦਾਂ ਭਾਰਤ ਦੇ ਵਿੱਚ ਵਧਿਆ ਹੈ, ਉਸ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਪੂਰਾ ਇੰਡੀਆ ਹੀ ਨਹੀਂ, ਪੂਰਾ ਜਹਾਨ ਇਹਨਾਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ। ਕਿਤੇ ਫਲਾਈਟਸ ਬੰਦ ਹੋ ਰਹੀਆਂ ਨੇ, ਕਿਤੇ ਸ਼ੁਰੂ ਹੋ ਰਹੀਆਂ ਨੇ। ਬੜੀਆਂ ਕੰਪਲੀਕੇਸ਼ਨਸ ਦੇ ਵਿੱਚ ਕਹਿ ਲਓ ਕਿ ਇਸ ਟਾਈਮ ਜਿਹੜੀ ਟਰੈਵਲਿੰਗ ਹੈ ਜਾਂ ਫਿਰ ਸਟੱਡੀ ਦੇ ਵੀਜ਼ੇ ਨੇ ਉਹ ਨਿਕਲ ਰਹੇ ਨੇ। ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਸ਼ੁਰੂਆਤ ਕਰਦੇ ਹਾਂ USA ਦੇ ਸਟੂਡੈਂਟਸ ਤੋਂ। ਉਹਨਾਂ ਦਾ ਕੀ ਹਾਲ ਚਾਲ ਹੈ ਕਹਿ ਲਓ, ਕਿਉਂਕਿ ਜੋ ਕਰੋਨਾ ਨੇ ਹਾਲ ਕੀਤਾ ਪਿਆ ਤਾਂ ਸਾਰਿਆਂ ਨੂੰ ਪਤਾ ਹੀ ਹੈ। ਸਾਰੀਆਂ ਸਟੂਡੈਂਟਸ ਦੀਆਂ ਉਮੀਦਾਂ ਤੇ ਕਿਤੇ ਪਾਣੀ ਫਿਰ ਰਿਹਾ ਹੈ, ਕਿਤੇ ਜਾਗ ਰਹੀਆਂ ਨੇ। USA 'ਚ ਕੀ ਬਣ ਰਿਹਾ ਹੈ? USA ਸਭ ਤੋਂ ਲੀਸਟ ਅਫੈਕਟਡ ਹੈ ਮੈਮ ਬੇਸਿਕਲੀ, ਕਿਉਂਕਿ US ਨੇ ਸਭ ਤੋਂ ਲੇਟ ਰਿਸਪੌਂਡ ਕੀਤਾ ਔਰ ਸਭ ਤੋਂ ਕੁਇੱਕ ਰਿਸਪੌਂਡ ਕੀਤਾ ਓਪਨ ਅਪ ਕਰਨ ਲਈ। ਸੋ ਤੁਸੀਂ ਅੱਜ ਦੀ ਖਬਰ ਹੈ, ਹੁਣੇ ਬਾਈਡਨ ਸਾਹਿਬ ਨੇ ਅਲਾਓ ਕੀਤਾ ਕਿ ਜਿੰਨੇ ਵੀ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਆ ਉਹ ਸਟੂਡੈਂਟਸ ਲਈ ਐਗਜ਼ੈਂਪਟ ਕਰਤੀਆਂ ਹੁਣ। ਸੋ ਸਟੂਡੈਂਟਸ ਦੇ ਉੱਪਰ ਉਹਦਾ ਕੋਈ ਅਸਰ ਨਹੀਂ ਰਹੇਗਾ। ਸੋ ਇਮੀਡੀਏਟ ਇਨਟੇਕ ਜਿਹੜੀ ਆ ਉਹ ਤਕਰੀਬਨ ਅਗਸਤ ਦੀ ਹੈ ਜਾਂ ਸਪਟੰਬਰ ਦੀ ਹੈ। ਸੋ 1 ਅਗਸਤ ਤੋਂ ਜਿੰਨੇ ਵੀ ਬੱਚੇ ਬਾਹਰ ਪੜ੍ਹਨਾ ਚਾਹੁੰਦੇ ਨੇ USA ਦੇ ਵਿੱਚ, ਉਹ ਸਾਰੇ ਦੇ ਸਾਰੇ US ਗੌਰਮੈਂਟ ਵੱਲੋਂ ਵੈਲਕਮ ਨੇ। ਔਰ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਸਟੂਡੈਂਟਸ ਦੀਆਂ ਅਪੁਆਇੰਟਮੈਂਟ ਸੀਗੀਆਂ, ਜਿਹੜੀਆਂ ਉਹਨਾਂ ਨੇ ਦਿੱਲੀ ਐਮਬੈਸੀ ਦੀਆਂ ਲਈਆਂ ਜਾਂ ਕੌਂਸੂਲੇਟ ਕਿਸੇ ਦੀਆਂ ਅਲੱਗ-ਅਲੱਗ ਬੈਂਗਲੌਰ, ਮੁੰਬਈ ਕਿਤੋਂ ਦੀਆਂ ਵੀ ਲਈਆਂ ਹੋਈਆਂ, ਉਹ ਤਕਰੀਬਨ ਕੈਂਸਲ ਕਰ ਦਿੱਤੀਆਂ ਸੀ। ਆਲਮੋਸਟ ਮੇ ਸਾਰੇ ਦੀਆਂ ਅਪੁਆਇੰਟਮੈਂਟਸ ਕੈਂਸਲ ਕਰਤੀਆਂ ਸੀ ਜੀ। ਔਰ ਅੱਜ ਹੀ ਹੁਣ ਖਬਰ ਹੈ ਸਾਡੇ ਕੋਲ ਕਿ ਯੈਸ, ਉਹ ਦੁਬਾਰਾ ਸਾਰੀਆਂ ਅਪੁਆਇੰਟਮੈਂਟਸ ਰੀਸ਼ਡਿਊਲ ਕਰ ਦੇਣਗੇ। ਬਿਕੋਜ਼ ਅਗਰ ਤੁਸੀਂ ਅਗਸਤ ਦੇ ਵਿੱਚ ਟਰੈਵਲ ਕਰਨਾ ਆ ਤੇ ਤੁਸੀਂ ਆਬਵੀਅਸਲੀ ਜੂਨ ਦੇ ਵਿੱਚ ਤੁਹਾਡੇ ਕੋਲ ਅਪੁਆਇੰਟਮੈਂਟਸ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜੀ। ਸੋ ਜਿੰਨੇ ਵੀ ਸਟੂਡੈਂਟ ਇਸ ਸਮੇਂ ਦੇ ਵਿੱਚ US ਜਾਣਾ ਚਾਹੁੰਦੇ ਆ, ਉਹ ਬਿਲਕੁਲ ਇੰਪੈਕਟਡ ਨਹੀਂ ਹੈਗੇ ਜੀ। ਬਿਕੋਜ਼ ਵੈਸੇ ਵੀ ਜਦੋਂ ਇਹ ਇੰਪੈਕਟ ਹੋਇਆ, ਉਹ ਉਦੋਂ ਵੀ ਸਪਟੰਬਰ ਇਨਟੇਕ ਲਈ ਜਾਣਾ ਚਾਹੁੰਦੇ ਸੀ, ਅਗਸਤ ਇਨਟੇਕ ਲਈ ਜਾਣਾ ਚਾਹੁੰਦੇ ਸੀ ਜੀ। ਔਰ ਯੈਸ, ਵਿੱਚੋਂ ਥੋੜੀ ਦੇਰ ਦੀ ਬ੍ਰੇਕ ਜ਼ਰੂਰ ਮਿਲ ਗਈ ਉਹਨਾਂ ਨੂੰ ਆਪਣੀ ਪ੍ਰੈਪਰੇਸ਼ਨ ਦੀ, ਬਟ ਫਿਰ ਹੁਣ ਜਿਹੜੀ ਦੁਬਾਰਾ ਇਨਟੇਕ ਲਈ ਜਾ ਰਹੇ ਨੇ, ਫਿਰ ਸਪਟੰਬਰ ਜਾਂ ਅਗਸਤ ਦੇ ਲਈ ਹੀ ਜਾ ਰਹੇ ਆ ਜੀ। ਸੋ USA ਬਾਬੇ ਦੀ ਕਿਰਪਾ ਨਾਲ ਸਭ ਤੋਂ ਘੱਟ ਇੰਪੈਕਟਡ ਹੈ। ਸੋ US ਵਾਲੇ ਸਟੂਡੈਂਟਸ ਦੇ ਉੱਪਰ ਖਤਰਾ ਘੱਟ ਹੈ। ਹਾਂ, ਬਾਕੀ ਕੰਟਰੀਜ਼ ਉੱਪਰ ਤਕਰੀਬਨ ਪਹਿਲਾਂ ਨਾਲੋਂ ਥੋੜਾ ਬਹੁਤ ਡਿਫਰੈਂਸ ਜ਼ਰੂਰ ਹੋ ਗਿਆ ਅੱਗੇ। ਪਰਸੋਂ ਚੌਥਿਕ ਨਿਊਜ਼ ਆਈ ਸੀ, USA ਦੀ ਇੱਕ ਨਿੱਜੀ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਰੋਨਾ ਦੇ ਦੋਨੋਂ ਇੰਜੈਕਸ਼ਨ ਨਹੀਂ ਲੱਗਦੇ, ਉਨੀ ਦੇਰ ਤੱਕ ਤੁਸੀਂ ਆ ਕੇ ਨਹੀਂ ਪੜ੍ਹ ਸਕਦੇ ਹੋ। ਜਿਸ ਦੇ ਨਾਲ ਇਹ ਵੀ ਖਬਰ ਆਈ ਸੀ ਕਿ ਭਾਰਤੀ ਵਿਦਿਆਰਥੀਆਂ ਨੂੰ ਜਿਹੜੀ ਹੈ ਉਹਨਾਂ ਦੀ ਚਿੰਤਾ ਵੱਧ ਗਈ ਹੈ। ਇਹ ਵਰੁਣ ਜੀ, ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋ ਕਈ ਮੁਲਕ ਜਿਹਨੂੰ ਵੈਕਸੀਨੇਟਡ ਲਾਈਕ ਤੁਸੀਂ ਤੁਹਾਡਾ ਪਾਸਪੋਰਟ ਤੱਕ ਇਹ ਇਸ਼ੂ ਕਰਨ ਜਾ ਰਹੇ ਆ। ਸੋ ਯੈਸ, ਵੈਕਸੀਨੇਸ਼ਨ ਤੇ ਆਉਣ ਵਾਲੇ ਸਾਰੇ ਟਰੈਵਲਰਸ ਦਾ ਹਿੱਸਾ ਬਣੇਗਾ ਹੀ। ਸੋ ਤੁਸੀਂ ਵੇਖੋਗੇ ਹੌਲੀ ਹੌਲੀ ਜਿੰਨੀਆਂ ਕੰਪਨੀਜ਼ ਨੇ, ਬਿਕੋਜ਼ ਇਹਨਾਂ ਨੇ ਵੀ ਬਹੁਤ ਤਕੜਾ ਸਮਰਾਜ ਇਕੱਠਾ ਕੀਤਾ ਹੈ, ਬਹੁਤ ਤਕੜਾ ਐਮਪਾਇਰ ਬਣਿਆ। ਸੋ ਇੰਨੀ ਜ਼ਿਆਦਾ ਪ੍ਰੋਡਕਸ਼ਨਸ ਹੋਈਆਂ ਨੇ। ਸੋ ਇਹ ਟੀਕੇ ਤਾਂ ਤੁਹਾਨੂੰ ਲਵਾਉਣੇ ਹੀ ਪੈਣੇ ਆ। ਸੋ ਸਭ ਤੋਂ ਪਹਿਲਾਂ ਜਿਹੜੀਆਂ ਲਾਗੂ ਹੋਣੀਆਂ ਚੀਜ਼ਾਂ ਉਹ ਟਰੈਵਲਰਸ ਦੇ ਉੱਪਰ ਆ, ਬਿਕੋਜ਼ ਇੱਥੇ ਜ਼ੀਰੋ ਟੋਲਰੈਂਸ ਆ ਜਾਂ ਜ਼ੀਰੋ ਰਿਸਕ ਵਾਲੀ ਪਾਲਿਸੀ ਹੈ ਜੀ। ਸੋ ਇੰਜੈਕਸ਼ਨ ਤੇ ਲਵਾਉਣੇ ਪੈਣੇ ਆ ਸਭ ਨੂੰ। ਯੈਸ, ਵੈਕਸੀਨੇਸ਼ਨ ਲਵਾਉਣੇ ਵੀ ਚਾਹੀਦੇ ਨੇ। ਸੋ ਟਰੈਵਲਿੰਗ ਦੇ ਨਾਲ ਇਹਦਾ ਬਹੁਤ ਗੂੜਾ ਸੰਬੰਧ ਰਹਿਣ ਵਾਲਾ ਆ। ਸੋ ਇਹ ਜਿੰਨੇ ਵੀ ਸਟੂਡੈਂਟਸ ਨੇ ਟਰੈਵਲ ਕਰਨਾ ਆ, ਉਹ ਵੈਕਸੀਨੇਸ਼ਨ ਜ਼ਰੂਰ ਕਰਾ ਲੈਣ। ਬਿਕੋਜ਼ ਜਿਹੜਾ ਸਮਾਂ ਸੀ ਸਾਡੇ ਕੋਲ, ਪਹਿਲਾਂ 4 ਵੀਕ ਦਾ ਸੀ ਸੈਕਿੰਡ ਡੋਜ਼ ਦਾ, ਉਸ ਤੋਂ ਬਾਅਦ ਹੁਣ 12 ਵੀਕ ਦਾ ਜਾਂ ਉਸ ਤੋਂ ਵੀ ਲੇਟ ਚੱਲ ਗਿਆ ਸ਼ਾਇਦ। ਸੋ ਜਿੰਨੀ ਕੁਇਕਲੀ ਲਵਾ ਲਓਗੇ ਇਹ ਤੇ, ਬਿਕੋਜ਼ ਅਗਰ ਟਰੈਵਲ ਕਰਨਾ ਆ, ਇਸ ਤੋਂ ਬਿਨਾਂ ਸ਼ਾਇਦ ਹੀ ਕੋਈ ਮੁਲਕ ਕਰਨ ਦੇਗਾ। ਬਿਲਕੁਲ। ਅਰਵਿੰਦਰਪਾਲ ਸਿੰਘ ਜੀ, ਪਿੱਛੇ ਜੇ ਰੌਲਾ ਪਿਆ ਸੀ, ਬੜੇ ਲੋਕ ਇਸ ਟੈਨਸ਼ਨ ਦੇ ਵਿੱਚ ਆ ਗਏ ਸੀਗੇ ਕਿ ਕੈਨੇਡਾ ਦੀਆਂ ਕੁਝ ਯੂਨੀਵਰਸਿਟੀਜ਼ 'ਚ ਸਾਡੇ ਪੈਸੇ ਫਸ ਗਏ, ਔਰ ਇਹ ਨਿਊਜ਼ ਆਈਆਂ ਸੀ ਕਿ ਕਈ ਲੋਕਾਂ ਦੇ ਪੈਸੇ ਫਸ ਗਏ ਨੇ, ਤੁਸੀਂ ਹੁਣ ਨਾ ਲਾਓ। ਇਹ ਕੀ ਚੱਕਰ ਹੈ, ਜ਼ਰਾ ਸਮਝਾਓ ਸਾਨੂੰ। ਅਸਲ ਦੇ ਵਿੱਚ ਕਿਸੇ ਨੂੰ ਵੀ ਇੱਦਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ। ਕੈਨੇਡਾ 'ਚ ਕਿਸੇ ਦਾ ਕੁਝ ਨਹੀਂ ਫਸਣ ਵਾਲਾ। ਬਿਕੋਜ਼ ਅਸਲ ਦੇ ਵਿੱਚ ਕੀ ਆ, ਸਾਨੂੰ ਸਭ ਤੋਂ ਪਹਿਲਾਂ ਸਮਝਣਾ ਪਊਗਾ ਕਿ ਕੈਨੇਡਾ ਹੈ ਕੀ ਆ। ਕੈਨੇਡਾ ਐਸਾ ਮੁਲਕ ਆ ਜਿਹਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਬਹੁਤ ਜ਼ਿਆਦੀਆਂ ਨੇ। ਔਰ ਕੈਨੇਡਾ ਨੇ ਇੱਕ ਬਹੁਤ ਸਾਰੀ ਮਾਰਕੀਟਿੰਗ ਕਰਕੇ, ਬਹੁਤ ਸਾਰਾ ਜਿਹਨੂੰ ਕਹਿੰਦੇ ਵੀ ਐਕਸਪੈਰੀਮੈਂਟ ਕਰਕੇ, ਸੋਸ਼ਲਾਈਜ਼ਿੰਗ ਕਰਕੇ, ਕੈਨੇਡਾ ਨੇ ਇੱਕ ਇਮੀਗ੍ਰੇਸ਼ਨ ਕੰਟਰੀ ਦਾ ਮੁਕਾਮ ਹਾਸਲ ਕੀਤਾ ਹੋਇਆ ਹੈ। ਸੋ ਸਟੂਡੈਂਟਸ ਨੂੰ ਬਹੁਤ ਵੱਡਾ ਲਿਓਰ, ਖਾਸ ਕਰ ਅਗਰ ਪੰਜਾਬ ਦੀ ਗੱਲ ਕਰੀਏ ਤਾਂ 40% ਜਿਹੜੇ ਪੂਰੇ ਇੰਡੀਆ ਦੇ ਸਟੂਡੈਂਟਸ ਇਕੱਲੇ ਪੰਜਾਬ ਤੋਂ ਜਾਂਦੇ ਆ। ਸੋ ਸਾਡਾ ਨੰਬਰ 1 ਡੈਸਟੀਨੇਸ਼ਨ ਤਕਰੀਬਨ ਬਣਦਾ ਜਾਂਦਾ ਜਿਹੜੇ ਸਾਡੇ ਲੋਕਲ ਪੰਜਾਬੀ ਸਟੂਡੈਂਟਸ ਲਈ ਆ। ਸੋ ਕੈਨੇਡਾ ਨੇ ਜਿਹੜਾ ਦਰੋਮਦਾਰ ਇਸ ਟਾਈਮ ਅਖਤਿਆਰ ਕੀਤਾ ਹੋਇਆ, ਜਿਹੜਾ ਇਸ ਟਾਈਮ ਜਿਸ ਲੈਵਲ ਦੇ ਉੱਪਰ ਆ, ਕੈਨੇਡਾ ਆਪਣੀ ਸਾਖ ਕਦੀ ਨਹੀਂ ਗਵਾਉਣ ਲੱਗਾ ਜੀ। ਸੋ ਇਹ ਹੈਗਾ ਵੱਡਾ ਸਿਨੈਰੀਓ। ਹਾਂ, ਹੁਣ ਅਗਰ ਛੋਟੇ ਸਿਨੈਰੀਓ 'ਚ ਕੀ ਗੱਲਬਾਤ, ਕਿਉਂਕਿ ਕਿਤੇ ਕੋਈ ਨਾ ਕੋਈ ਕਹਾਣੀ ਤਾਂ ਹੋਈ ਹੋਏਗੀ ਜਿੱਥੋਂ ਇਹ ਸਟੋਰੀ ਬਣੀ ਹੈ।
ਯੈਸ, ਕਿਊਬੈਕ ਇੱਕ ਸੂਬਾ ਆ। ਕਿਊਬੈਕ ਦੇ ਵਿੱਚ ਬੇਸਿਕਲੀ ਪੂਰੇ ਕੈਨੇਡਾ ਦੀ ਪਾਲਿਸੀ ਅਲੱਗ ਆ। ਕਿਊਬੈਕ ਦੇ ਵਿੱਚ ਸਪੈਸ਼ਲ ਰਾਈਟਸ ਨੇ ਕਿਊਬੈਕ, ਬਿਕੋਜ਼ ਉੱਥੇ ਹਰ ਸਟੇਟ ਦੇ ਆਪੋ ਆਪਣੇ ਜਿਹਨੂੰ ਆਪਾਂ ਕਹਿੰਦੇ ਕਿ ਆਪੋ ਆਪਣੇ ਅਧਿਕਾਰ ਨੇ। ਸੋ ਕਿਊਬੈਕ ਦੇ ਐਸੇ ਅਧਿਕਾਰ ਨੇ ਕਿ ਉੱਥੇ ਜਿੰਨੇ ਵੀ ਪ੍ਰਾਈਵੇਟ ਕਾਲਜਸ ਆ ਉਹਨਾਂ ਵਿੱਚ ਵੀ ਵਰਕ ਪਰਮਿਟ ਹੁੰਦੇ ਆ, ਜੋ ਕਿ ਪੂਰੇ ਰੈਸਟ ਆਫ ਕੈਨੇਡਾ ਦੇ ਜਿਹੜੇ ਪ੍ਰਾਈਵੇਟ ਕਾਲਜਸ ਵਿੱਚ ਵਰਕ ਪਰਮਿਟ ਸਟੂਡੈਂਟ ਕੋਲ ਨਹੀਂ ਹੁੰਦਾ ਜੀ। ਸੋ ਜਿਹਦਾ ਕਰਕੇ ਸਾਡੇ ਸਟੂਡੈਂਟਸ ਜਿਨ੍ਹਾਂ ਦੇ ਕੋਲ ਇੰਗਲਿਸ਼ ਦੀ ਐਲੀਜੀਬਿਲਟੀ ਘੱਟ ਸੀ, ਕਿਸੇ 5.5 ਬੈਂਡ ਸੀ, ਕਿਸੇ 1 'ਚ 5 ਸੀ ਜਾਂ 2 'ਚ 5.5 ਸੀ ਜੀ, ਇਹਨਾਂ ਦੀ ਪੂਰੇ ਕੈਨੇਡਾ 'ਚ ਕਿਤੇ ਐਡਮਿਸ਼ਨ ਨਹੀਂ ਹੁੰਦੀ ਸੀ। ਸੋ ਸਾਨੂੰ ਸਭ ਤੋਂ ਵੱਡਾ ਪੰਜਾਬ ਨੂੰ ਜਿਹੜੀ ਸਪਲਾਈ ਜਾਣ ਲੱਗੀ ਉਹ ਕਿਊਬੈਕ ਨੂੰ ਜਾਣ ਲੱਗੀ। ਸੋ ਕਿਊਬੈਕ ਕਿਉਂਕਿ ਰਾਤੋਂ ਰਾਤ ਫਿਰ ਕਾਲਜਸ ਖੜੇ ਹੋਣ ਲੱਗੇ, ਜਿਹੜੇ ਕਾਲਜਸ ਬੰਦ ਸੀ ਉਹ ਰਾਤੋਂ ਰਾਤ ਕਾਲਜ ਖੜੇ ਹੋਣ ਲੱਗੇ ਜੀ। ਸੋ ਕੁਝ ਕਾਲਜਸ ਨੇ ਕੋਈ ਪੁੱਠੀ ਦੀ ਹਰਕਤ ਵੀ ਕੀਤੀ, ਕੋਈ ਫਾਈਨੈਂਸ਼ੀਅਲ ਜੋ ਗਵਰਨਮੈਂਟ ਦੇ ਰੈਵਨਿਊਜ਼ ਆ, ਜੋ ਗਵਰਨਮੈਂਟ ਦੇ ਟੈਕਸੇਸ਼ਨ ਆ, ਕਿਸੇ ਨੇ ਉਹਨਾਂ ਨੂੰ ਅਵੋਇਡ ਵੀ ਕੀਤਾ ਹੋਏਗਾ ਜੀ। ਸੋ ਫਾਈਨਲੀ ਸਰਕਾਰ ਨੇ ਕੀ ਕੀਤਾ, 10 ਕਾਲਜਸ ਦੀ ਇੱਕ ਸੂਚੀ ਬਣਾ ਲਈ। ਸੋ ਉਹਨਾਂ 10 ਕਾਲਜਸ ਨੂੰ ਰਾਤੋਂ ਰਾਤ ਸਸਪੈਂਸ਼ਨ ਦੇ ਆਰਡਰ ਦੇ ਦਿੱਤੇ ਜੀ। ਸੋ ਸਸਪੈਂਸ਼ਨ ਦੇ ਆਰਡਰ ਤੋਂ ਬਾਅਦ ਉਹ ਕੁਝ ਕੋਰਟ ਦੇ ਵਿੱਚ ਗਏ, ਕੁਝ ਰਿਲੀਫ ਮੰਗੀ। ਖੈਰ ਉਹਨਾਂ ਨੂੰ ਹਫਤੇ 2 ਹਫਤੇ ਬਾਅਦ ਕਿਤੇ ਨਾ ਕਿਤੇ ਕਰਕੇ ਉਹ ਕਾਲਜ ਮੁੜ ਬਹਾਲੀ ਦੇ ਉੱਪਰ ਆ ਗਏ ਜੀ। ਸੋ ਪਰ ਹਾਲੇ ਤੱਕ ਵੀ ਬਹੁਤ ਸਾਰੇ ਕਾਲਜਸ ਦੇ ਵਿੱਚ ਜਿਹੜੇ ਵੀਜ਼ਾ ਦੀ ਪ੍ਰਕਿਰਿਆ ਇਹਨਾਂ ਕਾਲਜਸ ਦੀ ਰੁਕੀ ਹੋਈ ਹੈ। ਕਈ ਸਟੂਡੈਂਟਸ ਨੂੰ ਸਾਲ ਹੋ ਗਿਆ, 1.5 ਸਾਲ ਹੋ ਗਿਆ, ਉਹਨਾਂ ਦੇ ਹਾਲੇ ਤੱਕ ਵੀਜ਼ਾਸ ਨਹੀਂ ਆਏ। ਕਈਆਂ ਦੀ ਐਪਲੀਕੇਸ਼ਨਸ ਅਪਰੂਵ ਹੋ ਗਈਆਂ, ਉਸ ਤੋਂ ਬਾਅਦ ਸਟਿਲ ਵੀਜ਼ਾ ਦੇ ਸਟicker ਨਹੀਂ ਲੱਗੇ। ਸੋ ਇਹ ਸਟੂਡੈਂਟ ਪਹਿਲਾਂ ਇੱਕ ਮਾਨਸਿਕ ਪਰੇਸ਼ਾਨੀ 'ਚ ਸੀਗੇ ਜੀ। ਸੋ ਔਨ ਟੌਪ ਆਫ ਦੈਟ ਕੁਝ ਕਾਲਜਸ ਨੇ ਆਪਣੀ ਪ੍ਰਾਈਵੇਟਲੀ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ, ਇੱਕ ਡਰ ਪੈਦਾ ਸ਼ੁਰੂ ਕਰਤਾ ਵੇਚਣਾ ਕਿ ਯੈਸ ਇਹ ਕਾਲਜਸ ਵਿੱਚ ਪੈਸੇ ਫਸ ਜਾਣੇ, ਕਾਲਜਸ ਬੈਂਕਰਪਟ ਹੋ ਜਾਣੇ, ਬਿਕੋਜ਼ ਇਹ ਇੱਕ ਆਲਰੇਡੀ ਸਟੂਡੈਂਟਸ ਦਾ ਬਹੁਤ ਵੱਡਾ ਪੂਰ ਸੀ ਕਿ ਜਿਹਨੂੰ ਇਹ ਟਰਾਈ ਕੀਤੀ ਗਈ ਕਿ ਇਦਾਂ ਤੇ ਇਦਾਂ ਸਮਗਲ ਕਰਕੇ ਦੂਸਰੇ ਕਾਲਜ ਨੂੰ ਸ਼ਿਫਟ ਕਰ ਦਿੱਤਾ ਜਾਵੇ ਜਾਂ ਪ੍ਰਾਈਵੇਟਲੀ ਕੁਛ ਨਾ ਕੁਛ, ਬਿਕੋਜ਼ ਮਾਰਕੀਟਿੰਗ 'ਚ ਸਾਰੇ ਬਹੁਤ ਮਾਹਰ ਨੇ ਅੱਜ ਕੱਲ੍ਹ ਜੀ। ਸੋ ਅਲਟੀਮੇਟਲੀ ਕੁਛ ਨਾ ਕੁਛ ਇਦਾਂ ਦਾ ਹੋਇਆ ਜਿਹਦਾ ਕਰਕੇ ਸਟੂਡੈਂਟਸ ਵਿੱਚ ਰਾਤੋਂ ਰਾਤ ਡਰ ਪੈਦਾ ਕੀਤਾ ਗਿਆ ਕਿ ਤੁਹਾਡੇ ਪੈਸੇ ਫਸ ਗਏ, ਤੁਹਾਡੇ ਪੈਸੇ ਵਾਪਸ ਨਹੀਂ ਮੁੜਨੇ। ਸੋ ਇਹ ਡਰ ਰਾਤੋਂ ਰਾਤ ਸਟੂਡੈਂਟਸ ਨੇ ਬਾਏ ਵੀ ਕੀਤਾ। ਕਿਉਂ ਕੀਤਾ? ਕਿਉਂਕਿ ਇਦਾਂ ਹੀ ਇੰਗਲੈਂਡ ਦੇ ਵਿੱਚ ਕਿਸੇ ਟਾਈਮ ਦੇ ਵਿੱਚ, ਯੂਕੇ ਦੇ ਵਿੱਚ ਬਹੁਤ ਸਾਰੇ ਕਾਲਜਸ ਵਿੱਚ ਪੈਸੇ ਸਟਰਕ ਹੋਏ ਸੀ ਜੀ, ਤੇ ਉਹ ਪੈਸੇ ਸਟੂਡੈਂਟਸ ਨੂੰ ਅੱਜ ਤੱਕ ਵਾਪਸ ਨਹੀਂ ਮਿਲੇ। ਸੋ ਉਹੀ ਚੀਜ਼, ਬਿਕੋਜ਼ ਉਹੀ ਪੰਜਾਬ, ਉਹੀ ਸਟੂਡੈਂਟਸ, ਉਹੀ ਲੋਕ, ਉਹੀ ਏਜੰਟਸ, ਸੋ ਉਹ ਡਰ ਮਿੰਟੋ ਮਿੰਟੀ ਕਾਪੀ ਹੋ ਗਿਆ ਕਿ ਯੈਸ ਉਹ ਵਾਲਾ ਮਾਹੌਲ ਫਿਰ ਇੱਥੇ ਆ ਚੱਲਿਆ ਜੀ। ਬਟ ਇੱਥੇ ਜਿਹੜਾ ਕੰਮ ਹੈ ਉਹ ਬਿਲਕੁਲ ਹੀ ਯੂਕੇ ਤੋਂ ਅਲੱਗ ਹੈ। ਯੂਕੇ 'ਚ ਕਿਤੇ ਨਾ ਕਿਤੇ ਸਰਕਾਰ ਦੀ ਵੀ ਥੋੜੀ ਬਹੁਤ ਪਿੱਛੇ ਥਾਪੜਾ ਸੀ ਵੀ ਚਲੋ ਓਲੰਪਿਕਸ ਹੋਣ ਵਾਲੀਆਂ, ਥੋੜੇ ਬਹੁਤ ਫੰਡਸ ਆ ਰਹੇ ਆ, ਮਤਲਬ ਕੁਝ ਚੀਜ਼ਾਂ ਨੂੰ ਰੋਕਿਆ ਨਹੀਂ ਗਿਆ। ਸੋ ਬਟ ਕੈਨੇਡਾ ਦੇ ਵਿੱਚ ਇਦਾਂ ਦਾ ਕਿਤੇ ਕੁਝ ਨਹੀਂ ਹੋਣ ਲੱਗਾ। ਕੈਨੇਡਾ ਵਿੱਚ ਜਿੰਨੇ ਵੀ ਸਟੂਡੈਂਟਸ ਨੇ ਇਹਨਾਂ ਦੀਆਂ ਫੀਸਾਂ ਬਿਲਕੁਲ ਸੇਫ ਨੇ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਲੱਗਾ, ਬਿਕੋਜ਼ ਕੈਨੇਡਾ ਦਾ ਸਰਕਾਰ ਦਾ ਪਹਿਲਾਂ ਸ਼ਿਕੰਜਾ ਉਹਨਾਂ ਕਾਲਜਸ ਦੇ ਉੱਪਰ ਤਗੜਾ ਕੱਸਿਆ ਹੋਇਆ ਜੀ। ਤੁਸੀਂ ਵੇਖੋ ਕਿ ਜਿੱਦਾਂ ਹੀ ਕਾਲਜਸ ਦੀ ਸਸਪੈਂਸ਼ਨ ਆਈ, ਸਭ ਤੋਂ ਪਹਿਲਾਂ ਆਰਡਰ ਕੀ ਆਇਆ ਕਿ ਉਹਨਾਂ ਨੇ ਇਹਨਾਂ ਸਭ ਕਾਲਜਸ ਦੇ ਅਕਾਊਂਟਸ ਫਰੀਜ਼ ਕਰਤੇ। ਸੋ ਜਿਹੜਾ 100% ਫਾਈਨੈਂਸ਼ੀਅਲ ਕੰਟਰੋਲ ਕਾਲਜਸ ਕੋ ਸੀ ਪਹਿਲਾਂ ਉਹ ਖੋਲਿਆ, ਖੈਰ ਮੁੜ ਦਿੱਤਾ, ਬਟ ਆਬਵੀਅਸਲੀ ਕੋਈ ਸਰਕਾਰ ਹੈ, ਪੂਰਾ ਮੁਲਕ ਚਲਾਉਂਦੀ ਹੈ, ਸੋ ਕੋਈ ਕੰਡੀਸ਼ਨਸ ਤੈਅ ਕੀਤੀਆਂ ਹੋਣਗੀਆਂ। ਔਰ ਵੈਸੇ ਵੀ ਜਿਹੜਾ ਸਟੂਡੈਂਟ ਦਾ ਪੈਸਾ ਜਾਂਦਾ ਆ ਉਹ ਪਹਿਲਾਂ ਇੱਕ ਟਰਸਟ ਅਕਾਊਂਟ ਦੇ ਵਿੱਚ ਜਾਂਦਾ ਆ। ਅਗਰ ਸਟੂਡੈਂਟ ਦਾ ਵੀਜ਼ਾ ਨਹੀਂ ਆਉਂਦਾ ਤਾਂ ਉਹ ਸਟੂਡੈਂਟ ਨੂੰ ਟਰਸਟ ਅਕਾਊਂਟ ਦੇ ਵਿੱਚੋਂ ਹੀ ਵਾਪਸ ਹੋ ਜਾਂਦਾ ਆ। ਸੋ ਬਹੁਤ ਸਾਰੇ ਕਾਲਜਾਂ ਨੇ ਆ ਕੇ ਸਫਾਈ ਵੀ ਦਿੱਤੀ ਜੀ, ਪਰ ਮੁੱਖ ਦੀ ਗੱਲ ਇਹ ਆ ਕਿ ਸਟੂਡੈਂਟਸ ਨੂੰ ਪੈਨਿਕ ਹੋਣ ਦੀ ਲੋੜ ਨਹੀਂ। ਕੈਨੇਡਾ ਆਪਣੀ ਸਾਖ ਨਹੀਂ ਗਵਾਉਣ ਲੱਗਾ ਕਦੀ ਵੀ, ਔਰ ਅੱਜ ਤੱਕ ਸਾਨੂੰ 20-21 ਸਾਲ ਹੋ ਗਏ ਕੰਮ ਕਰਦਿਆਂ ਨੂੰ, ਕੈਨੇਡਾ 'ਚ ਕਦੀ ਇਦਾਂ ਦੀ ਸਟੋਰੀ ਨਹੀਂ ਸੁਣੀ ਕਿ ਕਿਸੇ ਸਟੂਡੈਂਟ ਦੀ ਫੀਸ ਸਟਰਕ ਹੋ ਗਈ ਹੋਵੇ, ਕਿਸੇ ਬੱਚੇ ਦੀ ਫੀਸ ਵਾਪਸ ਨਹੀਂ ਆਈ ਹੋਵੇ ਜੀ। ਸੋ ਖੈਰ ਇਸ ਤੋਂ ਤੁਹਾਨੂੰ ਥੋੜਾ ਬਹੁਤ ਪਾਰ ਹੋਣਾ ਪਊਗਾ। ਹਾਂ, ਬਟ ਹਾਲੇ ਵੀ ਸਟੂਡੈਂਟਸ ਦੁਚਿੱਤੀ 'ਚ ਨੇ ਕਿ ਜਿਨ੍ਹਾਂ ਦੇ ਕੇਸਿਸ ਲੱਗੇ ਆ ਉਹ ਕੀ ਕਰਨ ਜੀ। ਸੋ ਉਹਦੇ ਬਿਹਾਫ ਦੇ ਉੱਪਰ ਸਰਕਾਰ ਨੇ ਕਾਲਜਸ ਕੋਲੋਂ ਪੁਸ਼ ਕੀਤਾ। ਸੋ ਕਾਲਜਸ ਨੇ ਫਰਦਰ ਅਨਾਉਂਸ ਕੀਤਾ ਕਿ ਅਗਰ ਤੁਸੀਂ ਆਪਣਾ ਕਾਲਜ ਚੇਂਜ ਵੀ ਕਰਨਾ ਚਾਹੁੰਦੇ ਹੋ, ਤੁਸੀਂ ਆਪਣਾ ਕਾਲਜ ਚੇਂਜ ਕਰ ਲਓ, ਅਸੀਂ ਤੁਹਾਡੀ ਫੀਸ ਵੀ ਦੂਸਰੇ ਕਾਲਜ ਨੂੰ ਟ੍ਰਾਂਸਫਰ ਕਰ ਦਾਂਗੇ। ਯੈਸ, ਸੋ ਜਿੰਨੀ ਫੀਸ ਤੁਸੀਂ ਭੇਜੀ ਹੋਈ ਆ ਉਹ ਓਨੀ ਦੀ ਓਨੀ ਫੀਸ ਅਸੀਂ ਦੂਸਰੇ ਕਾਲਜ ਨੂੰ ਟ੍ਰਾਂਸਫਰ ਕਰ ਦਾਂਗੇ ਜੀ। ਇਸੇ ਨਾਲ ਮੈਂ ਦੂਸਰਾ ਸਵਾਲ ਜੋੜ ਦੇਣਾ ਚਾਹੁੰਦੀ ਹਾਂ ਕਿ ਕਈ ਜਿਹੜੇ ਬੱਚੇ ਨੇ ਉਹਨਾਂ ਨੇ ਸਾਲ ਕਲਾਸਾਂ ਲਾ ਲਈਆਂ, ਫੀਸ ਵੀ ਦੇ ਦਿੱਤੀ ਹੋਈ ਹੈ, ਉਹ ਵੀ ਤਾਂ ਦੁਚਿੱਤੀ 'ਚ ਹੋਣਗੇ। ਹਾਂ, ਆਬਵੀਅਸਲੀ ਦੇਖੋ ਸਟੂਡੈਂਟ ਜੇ ਟੈਕਨੀਕਲੀ ਵੇਖੋਗੇ ਤਾਂ ਸਟੂਡੈਂਟ ਨੇ ਸਾਲ ਦੀ ਫੀਸ ਭਰਤੀ, ਸਾਲ ਆਨਲਾਈਨ ਕਲਾਸ ਲਾ ਲਈ, ਉਹਦਾ ਸਰਟੀਫਿਕੇਟ ਮਿਲ ਜਾਣਾ, ਗੇਮ ਓਵਰ ਹੈ। ਬਟ ਇਦਾਂ ਨਹੀਂ ਹੈ, ਬਿਕੋਜ਼ ਆਬਵੀਅਸਲੀ ਜਦੋਂ ਸਾਡੇ ਪੰਜਾਬੀ ਲੋਕ ਅਸੀਂ ਪੈਸੇ ਭਰੇ ਆ, ਅਸੀਂ ਵੀਜ਼ੇ ਨੂੰ ਪੈਸੇ ਭਰੇ ਆ, ਅਸੀਂ ਕਲਾਸ ਨੂੰ ਪੈਸੇ ਨਹੀਂ ਭਰੇ, ਬਿਲਕੁਲ, ਬਿਕੋਜ਼ ਅਸੀਂ ਕੈਨੇਡਾ ਨੂੰ ਇੰਪਲੋਇਮੈਂਟ ਲਈ ਜਾਂਦੇ ਆ। ਐਜੂਕੇਸ਼ਨ ਸੈਕੰਡਰੀ ਆ, ਪ੍ਰਾਇਮਰੀ ਆ ਕਿ ਅਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਲਈ ਸਟੂਡੈਂਟ ਆਪਣੇ ਲਾਈਕ ਫਾਈਨੈਂਸ਼ੀਅਲ ਗੇਨ ਲਈ, ਸਟੂਡੈਂਟ ਆਪਣੇ ਸਟੇਬਿਲਿਟੀ ਲਈ, ਫਿਊਚਰ ਲਈ, ਕਰੀਅਰ ਲਈ। ਸੋ ਇਹ ਸਾਰਾ ਇੰਪਲੋਇਮੈਂਟ ਦੇ ਨਾਲ ਜੁੜਿਆ ਹੋਇਆ ਮਸਲਾ ਆ। ਸੋ ਆਬਵੀਅਸਲੀ ਜੇਕਰ ਇਦਾਂ ਦਾ ਮਸਲਾ ਹੋਊਗਾ ਤਾਂ ਫਿਰ ਸਰਕਾਰ ਮਤਲਬ ਘਿਰ ਜਾਏਗੀ। ਸੋ ਕਿਊਬੈਕ ਦੀ ਹੀ ਇੱਕ ਪਾਲਿਸੀ ਆ ਜਿਹਦੇ ਵਿੱਚ ਇਹ ਲਿਖਿਆ ਹੋਇਆ
ਕਿ ਕੋਈ ਵੀ ਕਾਲਜ ਜੀ ਵੱਧ ਤੋਂ ਵੱਧ ਜਿਹੜੀ ਫੀਸ ਕੱਟ ਸਕਦਾ ਉਹ $1500 ਕੱਟ ਸਕਦਾ ਆ। ਅੱਛਾ ਜੀ। ਸੋ ਤੁਸੀਂ ਅਗਰ ਪੂਰੀ ਫੀਸ ਤਾਰੀ ਆ, ਤੁਸੀਂ ਚਾਹੇ ਸਾਲ ਕਲਾਸ ਵੀ ਲਾ ਲਈ ਹੈ, ਬਟ ਕਿਸੇ ਵੀ ਕਾਲਜ ਦੇ ਕੋਲ ਮੈਕਸਿਮਮ ਅਧਿਕਾਰ ਜਿਹੜਾ ਆ ਉਹ ਸਿਰਫ $1500 ਕੱਟਣ ਦਾ ਆ। ਇਸ ਤੋਂ ਵੱਧ ਕੋਈ ਕਾਲਜ ਫੀਸ ਨਹੀਂ ਕੱਟ ਸਕਦਾ। ਤੁਸੀਂ ਵੀਜ਼ਾ ਨਹੀਂ ਹੋਇਆ ਕਿਸੇ ਵੀ ਪੁਆਇੰਟ ਦੇ ਉੱਪਰ ਤੁਸੀਂ ਰੋਲ ਬੈਕ ਕਰਦੇ ਹੋ, ਤੁਸੀਂ ਆਪਣਾ ਕਾਲਜ ਬਦਲਦੇ ਹੋ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ, ਤੁਹਾਨੂੰ ਕਾਲਜ ਅਸਿਸਟ ਵੀ ਕਰੇਗਾ। ਹਾਂ, ਜਿਹੜਾ ਹੁਣ $1500 ਵੀ ਇਹ ਵੀ ਕੋਈ ਕਾਲਜ ਕੱਟ ਰਿਹਾ, ਬਹੁਤ ਸਾਰੇ ਕਾਲਜਸ, ਬਿਕੋਜ਼ ਹਰ ਇੱਕ ਨੇ ਆਪੋ ਆਪਣੀ ਸਾਖ ਬਚਾ ਕੇ ਰੱਖਣੀ, ਆਪਣਾ ਨਾਮ ਬਚਾ ਕੇ ਰੱਖਣਾ, ਫਿਊਚਰ ਵਿੱਚ ਵੀ ਕੰਮ ਕਰਨਾ ਅਗਰ ਤੇ। ਸੋ ਉਹ ਸਾਰੇ ਦੇ ਸਾਰੇ ਤਕਰੀਬਨ ਪੈਸੇ $200-250 ਕੱਟ ਕੇ ਸਾਰੀ ਫੀਸ ਟ੍ਰਾਂਸਫਰ ਦੇ ਰਹੇ। ਇਹ ਪੈਸੇ ਉਹ ਵੀ ਵਾਪਸ ਦੇ ਰਹੇ ਆ ਜਿਨ੍ਹਾਂ ਨੂੰ 1 ਸਾਲ ਦਾ ਸਰਟੀਫਿਕੇਟ ਵੀ ਮਿਲ ਗਿਆ। ਬੇਸਿਕਲੀ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਨਹੀਂ ਜਾਊਗਾ। ਅੱਛਾ ਜੀ, ਠੀਕ ਹੈ। ਬਿਕੋਜ਼ ਉਹ ਪਾਲਿਸੀ ਹੈ ਕਿ ਅਗਰ ਤੁਸੀਂ, ਕਿਉਂਕਿ ਸਟੂਡੈਂਟ ਨੇ ਜੇ ਤਾਂ ਕ੍ਰੈਡਿਟ ਅਰਨ ਕਰਨੇ ਆ, ਕਿ ਅਗਰ ਤੁਸੀਂ ਦੂਸਰੇ ਕਾਲਜ ਜਾ ਕੇ 1 ਸਾਲ ਬਚਾਓਗੇ ਫਿਰ ਤਾਂ ਤੁਸੀਂ ਫੀਸ ਪੇ ਕਰੋਗੇ ਜੀ। ਬਿਕੋਜ਼ ਸਟੂਡੈਂਟ ਨੂੰ ਫਾਇਦਾ ਇਹ ਵੀ ਹੋਏਗਾ ਨਾ ਕਿ ਤੁਸੀਂ 2 ਸਾਲ ਦੀ ਪੜ੍ਹਾਈ 1 ਸਾਲ ਪੜ੍ਹ ਲਈ, ਫਿਰ ਸਟੂਡੈਂਟ ਪੈਸੇ ਪੇ ਵੀ ਕਰ ਸਕਦਾ। ਬਟ ਗੱਲ ਤਾਂ ਉਹਨਾਂ ਬੱਚਿਆਂ ਦੀ ਹੋ ਰਹੀ ਜਿਨ੍ਹਾਂ ਕੋਲ ਵੀਜ਼ੇ ਹੀ ਨਹੀਂ ਆਏ। ਸੋ ਜਿਨ੍ਹਾਂ ਦੇ ਕੋਲ ਵੀਜ਼ੇ ਨਹੀਂ ਆਏ, ਅਸੀਂ ਉਹੀ ਗੱਲ, ਸਾਨੂੰ ਪੜ੍ਹਾਈ ਵਾਲਾ ਸਾਲ ਨਹੀਂ ਦਿਸਦਾ। ਬਿਲਕੁਲ, ਸਾਨੂੰ ਪੜ੍ਹਾਈ ਵਾਲਾ ਸਾਲ ਨਹੀਂ ਦਿਸਦਾ, ਸਾਨੂੰ ਸਿਰਫ ਦਿਸਦਾ ਇਹ ਹੈ ਕਿ ਮੇਰਾ ਵੀਜ਼ਾ ਨਹੀਂ ਆਇਆ, ਮੈਂ ਇੱਥੇ ਬੈਠਾ। ਪੜ੍ਹਾਈ ਦੀ ਕੋਈ ਗੱਲ ਨਹੀਂ, ਜੇ ਵੀਜ਼ਾ ਆਊਗਾ ਤਾਂ ਅਗਲੀ ਗੱਲ ਫਿਰ ਕਰਾਂਗੇ। ਹੱਲੇ ਵੀ ਬਹੁਤ ਸਾਰੇ ਲੋਕ ਨੇ ਜੋ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਲਈ ਕਈ ਸਾਲਾਂ ਤੋਂ ਉਡੀਕ ਵਿੱਚ ਨੇ। ਉਹਨਾਂ ਚੋਂ ਕਈ ਸਟੂਡੈਂਟਸ ਵੀ ਨੇ, ਕਈ ਜਾਂ ਵਰਕ ਪਰਮਿਟ ਤੇ ਗਏ ਸੀ, ਕਿਸੇ ਨਾ ਕਿਸੇ ਤਰੀਕੇ ਨਾਲ ਵੀ ਗਏ, ਪਰ ਉਹ ਪੱਕੇ ਹੋਣ ਨੂੰ ਹੱਲੇ ਵੀ ਲਾਈਨਾਂ 'ਚ ਲੱਗੇ ਹੋਏ ਆ। ਵਰੁਣ ਜੀ, ਇੱਕ ਗੱਲ ਸਮਝ ਲਓ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਕੋਈ ਗਿਆ, ਤੁਸੀਂ ਅਗਰ ਮੈਂ ਮੋਟੇ ਤੌਰ ਤੇ ਗੱਲ ਕਰਾਂ, ਤੁਸੀਂ ਸ਼ਾਇਦ ਹੀ ਕੋਈ ਵੇਖਿਆ ਹੋਵੇਗਾ ਇਨਸਾਨ ਕਿ ਉਹ ਕੈਨੇਡਾ ਗਿਆ, PR ਨਹੀਂ ਹੋਈ ਤੇ ਵਾਪਸ ਆ ਗਿਆ। ਬਹੁਤ ਸਾਰੇ ਰਸਤੇ ਨੇ ਜੀ। ਕੈਨੇਡਾ ਤੇ ਟੂਰਿਸਟ ਗਿਆ ਬੰਦਾ ਪੱਕਾ ਹੋ ਸਕਦਾ, ਤੁਸੀਂ ਪਰਮਿਟ ਤੇ ਆਪਣੇ ਆਪ ਨੂੰ ਸਵਿਚ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਸਟੋਰੀਜ਼ ਨੇ ਇਦਾਂ ਦੀਆਂ ਜੀ। ਬਟ ਅਗਰ ਮੈਂ ਮੋਟੀ ਗੱਲ ਕਰਾਂ ਤਾਂ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਵਾਕਈ ਬਹੁਤ ਵੱਧ ਨੇ। ਸੋ ਤੁਸੀਂ ਵੇਖੋ, ਕੈਨੇਡਾ ਨੇ ਲਗਭਗ 4 ਲੱਖ ਬੰਦਾ ਹਰ ਸਾਲ ਪੱਕਾ ਕਰਨਾ ਹੈ। ਬਿਲਕੁਲ। ਸੋ ਇਹ ਸੀਗਾ ਤੁਹਾਨੂੰ, ਜਿੱਦਾਂ ਅਸੀਂ ਕਹਿੰਦੇ ਕਿ ਮਿਨੀਮਮ ਸਪੋਰਟ ਪ੍ਰਾਈਸ ਵਾਂਗੂ ਜੋ ਜ਼ਿਮੀਂਦਾਰਾਂ ਨੂੰ ਮਿਲਦਾ ਨਾ, ਇਹ ਤਾਂ MSP ਹੈ ਜੀ, ਕਿ ਤੁਹਾਨੂੰ 1 ਸਾਲ 'ਚ ਇੰਨਾ ਮਿਲਣਾ ਹੀ ਮਿਲਣਾ ਆ। ਉੱਤੋਂ ਜਿੱਦਾਂ ਕਈ ਵਾਰੀ ਮੰਡੀ 'ਚ ਹੁੰਦਾ ਕਿ ਤੁਸੀਂ ਕੁਆਂਟਲ ਦੇ ਉੱਪਰ ਵੱਖਰਾ ਬੋਨਸ ਦੇ ਦਿੱਤਾ ਜੀ। ਸੋ ਕੈਨੇਡਾ ਗਵਰਨਮੈਂਟ ਨੇ ਵੀ ਇੱਕ ਬੋਨਸ ਵੱਖਰਾ ਦਿੱਤਾ 90,000 ਐਪਲੀਕੈਂਟਸ ਦਾ। ਜੀ ਬਿਲਕੁਲ। ਉਹ ਇਸ ਸਾਲ ਬੋਨਸ ਦਿੱਤਾ ਕਿ ਉਹ ਤੇ ਜੋ 4-4 ਲੱਖ ਅਸੀਂ 3 ਸਾਲ ਲੈਣੇ, ਉਹ ਤਾਂ ਲੈਣੇ ਹੀ ਲੈਣੇ ਆ। ਸੋ 90 ਲੱਖ ਐਡੀਸ਼ਨਲ, 90,000 ਸੌਰੀ ਐਡੀਸ਼ਨਲ ਹੈ। ਉਹ 'ਚੋਂ 40,000 ਸਟੂਡੈਂਟ ਆ, 30,000 ਉਹ 'ਚੋਂ ਹੈਲਥ ਕੇਅਰ ਵਾਲੇ ਨੇ, 20,000 ਉਹਦੇ 'ਚੋਂ ਫੋਰਨ ਵਰਕਰਸ ਨੇ ਜੀ। ਔਰ ਇਹ 90,000 ਦੇ ਕੋਲ ਕੋਈ ਉਹਨਾਂ ਨੇ ਰਿਕੁਆਇਰਮੈਂਟਸ ਤੱਕ ਨਹੀਂ ਰੱਖੀਆਂ। ਇੱਕ ਸਟੂਡੈਂਟ ਆ, ਅੱਜ ਉਹਦੇ ਕੋਲ ਵਰਕ ਪਰਮਿਟ ਹੈਗਾ, ਇਹੀ ਉਹਦੀ ਐਲੀਜੀਬਿਲਟੀ ਆ। ਕੰਮ ਕੀਤਾ ਨਹੀਂ ਕੀਤਾ, ਹੋਰ ਕੁਝ ਹੈਗਾ ਨਹੀਂ ਹੈਗਾ, ਸੋ ਆਈਲੈਟਸ ਦਾ ਸਕੋਰ ਹੈਗਾ, ਉਹੀ ਬਹੁਤ ਹੈ। ਉਹ ਵੀ ਕਿੰਨਾ 5 ਬੈਂਡ ਵੀ ਹੈਗੇ ਤਾਂ ਵੀ ਬਰਾਬਰ ਹੈ। ਬਿਲਕੁਲ। ਸੋ ਅਗਰ ਤੁਸੀਂ ਸੋਚੋ ਕਿ ਅਗਰ ਇਦਾਂ ਦੇ ਨਿਯਮ ਨੇ, ਸੋ ਕੈਨੇਡਾ ਰਿਵਾਰਡਿੰਗ ਕੰਟਰੀ ਆ, ਕੈਨੇਡਾ ਫਾਈਨਲ ਡੈਸਟੀਨੇਸ਼ਨ ਆ ਇਮੀਗ੍ਰੈਂਟਸ ਲਈ ਜੀ। ਅਗਰ ਤੁਸੀਂ ਕਿਸੇ ਪੱਕੇ, ਪੂਰੀ ਦੁਨੀਆ 'ਚ ਕਿਤੇ ਪੱਕੇ ਹੋਣ ਦੀ ਗੱਲਬਾਤ ਸੋਚਦੇ ਹੋ, ਤੇ ਜੇ ਕਿਸੇ ਕੋਲੋਂ ਕੈਨੇਡਾ 'ਚ ਪੱਕਾ ਨਹੀਂ ਹੋਇਆ ਜਾ ਰਿਹਾ ਤੇ ਤੁਹਾਨੂੰ ਲੱਗਦਾ ਕਿਸੇ ਹੋਰ ਪਾਸੇ ਅੱਜ ਤੋਂ ਸੌਖਾ ਹੈਗਾ ਕਿਤੇ? ਇਹ ਦੁਨੀਆ ਦੇ ਸਭ ਤੋਂ ਸੌਖੇ ਮੁਲਕਾਂ ਵਿੱਚੋਂ ਜਿੱਥੇ ਅਸੀਂ PR ਲੈ ਸਕਦੇ ਹਾਂ, ਐਜ਼ ਅ ਇਮੀਗ੍ਰੈਂਟ ਰਹਿ ਸਕਦੇ ਹਾਂ। ਹੁਣ UK ਦੀ ਗੱਲ ਕਰਦੇ ਹਾਂ, ਤੇ ਇਹਨਾਂ ਦਿਨਾਂ 'ਚ UK 'ਚ ਵਰਕਿੰਗ ਵੀਜ਼ਾ ਦੀ ਵੀ ਕਾਫੀ ਗੱਲਬਾਤ ਚੱਲ ਰਹੀ ਆ। UK ਨੇ, ਯੈਸ UK ਨੇ, ਬਿਕੋਜ਼ ਇਸ ਟਾਈਮ ਸਮਾਂ ਇਦਾਂ ਦਾ ਹੈ ਕਿ ਇਹ ਜਿਹਨੂੰ ਤੁਸੀਂ ਕਹਿੰਦੇ ਕਿ ਕੋਵਿਡ ਵਾਲਾ ਸਮਾਂ, ਇਹ ਸਭ ਲਈ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਲਾਸ ਵਾਲਾ ਮਸਲਾ ਆ ਜੀ। ਬਿਕੋਜ਼ ਸਭ ਨੇ ਜੋ ਗਵਾਇਆ, ਜਿੱਦਾਂ ਹੁਣ ਕੈਨੇਡਾ ਨੇ ਜਿਹੜੇ ਇਮੀਗ੍ਰੈਂਟ ਇਸ ਟਾਈਮ ਤੱਕ ਭਰਤੀ ਕਰਨੇ ਸੀ ਨਹੀਂ ਕਰ ਹੋਏ, ਇਸ ਕਰਕੇ ਬੋਨਸ ਅਨਾਉਂਸ ਕਰਤਾ, ਰਾਈਟ। ਸੋ ਕੋਵਿਡ ਨੂੰ ਵੇਖਦੇ ਹੋਏ ਸਟੂਡੈਂਟਸ ਦੀ ਰਫਤਾਰ ਥੋੜੀ ਘਟੀ, ਇਮੀਗ੍ਰੈਂਟਸ ਵੱਧ ਅਨਾਉਂਸ ਕਰ ਲਏ। ਸੋ ਨੁਕਸਾਨ ਕੋਈ ਨਹੀਂ ਕਰਾਉਂਦਾ, ਸੋ ਸਭ ਨੇ ਪ੍ਰੋਡਕਸ਼ਨ ਵਧਾਤੀ ਹੈ। ਸੋ ਸੇਮ ਇਜ਼ ਵਿਦ UK ਆਲਸੋ। UK ਜੋ ਹੁੰਦਾ ਬ੍ਰੈਗਜ਼ਿਟ ਤੋਂ, ਯੂਰਪੀਅਨ ਯੂਨੀਅਨ ਤੋਂ ਵੱਖਰਾ ਹੋਇਆ, UK ਦੀਆਂ ਆਪਣੀਆਂ ਜ਼ਰੂਰਤਾਂ ਸੀਗੀਆਂ, ਜਿਹੜੀਆਂ ਸਕਿਲਡ ਪ੍ਰੋਫੈਸ਼ਨਲ ਦੀਆਂ ਸੀਗੀਆਂ, ਜਿਹੜੀਆਂ ਵਰਕਿੰਗ ਕਲਾਸ ਦੀਆਂ ਸੀਗੀਆਂ। ਬਿਕੋਜ਼ ਬਹੁਤ ਸਾਰੇ ਲੋਕ ਯੂਰਪੀਅਨ ਯੂਨੀਅਨ ਦੇ ਅਲੱਗ-ਅਲੱਗ ਮੁਲਕਾਂ ਤੋਂ, ਕੋਈ ਪੁਰਤਗਾਲ ਤੋਂ, ਕੋਈ ਪੋਲੈਂਡ ਤੋਂ, ਕੋਈ ਸਪੇਨ ਤੋਂ, ਇਹ ਲੋਕ UK ਆ ਕੇ ਕੰਮ ਕਰਦੇ ਸੀ। ਸੋ ਉਹ ਜਿਹੜੇ ਲੋਕਲ ਜਿਹੜੇ ਵਰਕਰਸ ਵਾਲਾ ਕੰਮ ਸੀਗਾ, ਜਿਹੜਾ ਬੇਸਿਕ ਲੈਵਲ ਦੇ ਉੱਪਰ ਕੰਮ ਕਰਦੇ ਸੀ, ਬੇਸਿਕ ਵੇਜਸ ਦੇ ਉੱਪਰ ਕੰਮ ਕਰਦੇ ਸੀ, ਉਹ ਬ੍ਰੈਗਜ਼ਿਟ ਦੇ ਨਾਲ ਉਹ ਬਾਹਰ ਹੋ ਗਏ। ਸੋ ਹੁਣ ਉਹ ਕਮੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੂਰਾ ਕਰਨਾ ਹੈ। ਸੋ ਇਸੇ ਕਰਕੇ ਤੁਸੀਂ ਵੇਖਿਆ ਰਾਤੋਂ ਰਾਤ ਸਟੂਡੈਂਟਸ ਖੁੱਲ ਗਏ ਜੀ, ਸਟੂਡੈਂਟਸ ਵੀਜ਼ਾ ਓਪਨ ਹੋ ਗਏ। ਸੋ ਇਸ ਟਾਈਮ UK ਤੁਹਾਨੂੰ ਵਿਦਆਊਟ ਆਈਲੈਟਸ ਪੜ੍ਹਾਈ ਦੇ ਉੱਪਰ ਵੀਜ਼ਾ ਦੇ ਰਿਹਾ ਵੀ ਯੂਨੀਵਰਸਿਟੀ ਦੇ ਵਿੱਚ ਜੀ। ਉਹ ਵੀ ਨਾਲ ਕੰਡੀਸ਼ਨ ਲਿਖ ਕੇ ਦੇ ਰਿਹਾ ਕਿ ਜੁਲਾਈ ਤੋਂ ਬਾਅਦ ਜਿਨ੍ਹਾਂ ਦੇ ਕੋਲ ਗ੍ਰੈਜੂਏਸ਼ਨ ਹੋ ਜਾਏਗੀ, ਜਿਹੜੇ ਡਿਗਰੀ ਲੈ ਲੈਣਗੇ, ਉਹਨਾਂ ਨੂੰ ਵਰਕ ਪਰਮਿਟ ਵੀ ਦੇਵਾਂਗੇ। ਔਰ ਨਾਲ ਹੀ 1 ਜਨਵਰੀ ਤੋਂ ਉਹਨਾਂ ਨੇ ਇੱਕ ਪਾਲਿਸੀ ਅਨਾਉਂਸ ਕੀਤੀ ਸੀ, ਜਿਹਨੂੰ ਕਿਹਾ ਗਿਆ ਸੀਗਾ ਕਿ ਪੁਆਇੰਟ ਬੇਸਡ ਇਮੀਗ੍ਰੇਸ਼ਨ। ਤੁਸੀਂ ਸੋਚੋ, ਜਿਹੜੀ ਕੈਨੇਡਾ ਦੇ ਵਿੱਚ ਸੀਗੀ ਪੁਆਇੰਟ ਬੇਸਡ ਇਮੀਗ੍ਰੇਸ਼ਨ, ਉਹ UK ਨੇ ਵੀ ਲਾਂਚ ਕਰ ਲਈ। ਔਰ ਪਹਿਲਾਂ ਜਿਹੜੇ ਕੈਨੇਡਾ ਦੀ ਫੋਰਨ ਵਰਕਰ ਪਾਲਿਸੀ ਸੀ,
ਉਹ ਯੂਕੇ ਦੇ ਵਿੱਚ ਵੀ ਹੁਣ ਬਹੁਤ ਸਾਰੀ ਉਹਨਾਂ ਨੇ ਫੋਰਨ ਵਰਕਰ ਪਾਲਿਸੀ, ਬਹੁਤ ਸਾਰੇ ਲੋਕਾਂ ਨੂੰ ਜਿਹੜੇ ਤੁਸੀਂ ਅਗਰ ਤੁਸੀਂ ਲਾਇਸੈਂਸਡ ਹੋ ਤਾਂ ਤੁਸੀਂ ਫੋਰਨ ਵਰਕਰ ਨੂੰ ਵੀ ਬੁਲਾ ਸਕਦੇ ਹੋ, ਜੋ ਕਿ ਯੂਕੇ 'ਚ ਪਹਿਲਾਂ ਕਦੀ ਨਹੀਂ ਹੁੰਦਾ ਸੀ। ਹੁਣ ਸਟਿਲ ਬਿਕੋਜ਼ ਡਿਮਾਂਡ ਜ਼ਿਆਦੀ ਹੈ, ਸੋ ਇਸ ਕਰਕੇ ਸਪਲਾਈ ਵਧਾਉਣ ਨੂੰ ਇੰਡੀਆ ਦੇ ਨਾਲ ਵੀ ਇੱਕ ਐਗਰੀਮੈਂਟ ਹੋਇਆ ਹੈ। ਸੋ ਇਸ ਐਗਰੀਮੈਂਟ ਦੇ ਤਹਿਤ ਤਕਰੀਬਨ ਹਾਲੇ ਜਿਹੜਾ ਕੋਟਾ ਹੈ ਬਹੁਤ ਘੱਟ ਹੈ, ਸਿਰਫ 3000 ਬੰਦਿਆਂ ਦਾ ਕੋਟਾ ਆ, 18 ਤੋਂ 30 ਸਾਲ ਦੀ ਉਮਰ ਹੋਏਗੀ। ਸੋ ਜਿੰਨੇ ਗ੍ਰੈਜੂਏਟਸ ਨੇ ਜਾਂ ਡਿਪਲੋਮਾ ਹੋਲਡਰਸ ਨੇ, ਸੋ ਇਹ ਉੱਥੇ ਜਾ ਕੇ 1 ਸਾਲ ਲਈ ਕੰਮਕਾਰ ਵੀ ਕਰ ਸਕਦੇ ਆ। ਸੋ ਇਹ ਇੱਕ ਜਿੱਦਾਂ ਪਹਿਲਾਂ ਹੌਲੀਡੇ ਮੇਕਰ ਵੀਜ਼ਾ ਸੀ, ਇਹ ਤਕਰੀਬਨ ਉਸੇ ਕੈਟਾਗਰੀ ਦਾ ਵੀਜ਼ਾ ਆ। ਸੋ ਹਾਲੇ ਇਹਦੇ ਉੱਪਰ ਬਹੁਤ ਜ਼ਿਆਦਾ ਕਲੈਰਿਟੀ, ਬਿਕੋਜ਼ ਉਹਨੂੰ ਲਿਖਿਆ ਕਿ ਉਹ ਪ੍ਰੋਫੈਸ਼ਨਲ ਹੋਵੇ। ਹੁਣ 18 ਸਾਲ ਦਾ ਬੱਚਾ ਅਗਰ ਫਰੈਸ਼ ਪਾਸ ਆਊਟ ਹੋਊਗਾ, ਉਹ ਪ੍ਰੋਫੈਸ਼ਨਲ ਹੈਗਾ ਕਿ ਨਹੀਂ ਹੈਗਾ, ਇਹਨੂੰ ਕਿੱਦਾਂ ਕੰਸੀਡਰ ਕਰਦੇ ਆ, ਇਹ ਸ਼ੁਰੂਆਤੀ ਕੁਝ ਸਟੱਡੀਜ਼ ਕਰਨ ਤੋਂ ਬਾਅਦ ਪਤਾ ਲੱਗਣਾ ਹੈ। ਹਾਲੇ ਇਹਦਾ ਫਾਰਮਲ ਤਰੀਕਾ ਕਿ ਇਹ ਅਪਲਾਈ ਕਿੱਦਾਂ ਹੋਣਾ ਆ, ਇਹ ਵੀ ਹਾਲੇ ਗਵਰਨਮੈਂਟ ਦੀ ਵੈਬਸਾਈਟ ਦੇ ਉੱਪਰ ਨਹੀਂ ਆਇਆ ਹੋਇਆ। ਕਦੋਂ ਕੁ ਲਾਗੂ ਹੋਣਾ ਕੁਝ ਕਲੀਅਰ ਨਹੀਂ। ਇਹ ਤਕਰੀਬਨ ਇੰਪਲੀਮੈਂਟ ਤੇ ਇਹਨਾਂ ਨੇ ਹੁਣੇ ਕਰ ਦੇਣਾ ਆ, ਬਟ ਜਿੱਦਾਂ ਹੁਣ ਯੂਕੇ ਤੁਸੀਂ ਵੇਖਿਆ ਇਸ ਵੀਕ ਓਪਨ ਹੋਣ ਜਾ ਰਿਹਾ। ਸੋ ਹੋ ਸਕਦਾ ਤੁਹਾਨੂੰ ਅਗਲੇ ਹਫਤੇ ਜਾਂ ਉਸ ਤੋਂ ਜਿਹੜਾ ਨੈਕਸਟ ਮੰਥ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਪੂਰੀ ਕਲੈਰਿਟੀ ਆ ਜਾਵੇ। ਬਟ ਦੈਟ ਇਜ਼ ਫॉर ਸ਼ੋਰ ਕਿ ਇੰਡੀਆ ਨੂੰ ਯੂਕੇ ਨੇ ਆਪਣੀ ਪਾਰਟਨਰ ਲਿਸਟ ਵਿੱਚ ਪਾ ਲਿਆ ਆ, ਜਿੱਥੋਂ ਕਿ ਸਾਡੇ ਲੋਕ ਯੂਕੇ ਜਾ ਕੇ ਔਰ ਯੂਕੇ ਦੇ ਲੋਕ ਇੱਥੇ ਆ ਕੇ ਰਹਿ ਸਕਦੇ ਨੇ, ਔਰ ਉਹ ਲੰਬਾ ਸਮਾਂ ਰਹਿ ਸਕਦੇ ਨੇ, 2 ਸਾਲ ਤੱਕ ਰਹਿ ਸਕਦੇ ਆ। ਇਹ ਤਾਂ ਕਲੀਅਰ ਹੋ ਗਿਆ ਕਿ ਯੂਕੇ ਜਾ ਸਕਦੇ ਆ, ਜਾ ਕੇ ਉੱਥੋਂ ਆ ਸਕਦੇ ਆ, ਪਰ ਆਸਟ੍ਰੇਲੀਆ ਦਾ ਕਿਸੇ ਨੂੰ ਕੁਝ ਕਲੀਅਰ ਨਹੀਂ ਹੋ ਰਿਹਾ। ਕਦੇ ਆਸਟ੍ਰੇਲੀਆ ਦਰਵਾਜ਼ੇ ਬੰਦ ਕਰ ਦਿੰਦਾ, ਕਦੇ ਖੋਲ ਦਿੰਦਾ, ਕਦੇ ਆਸਟ੍ਰੇਲੀਆ ਤੋਂ ਇੰਡੀਆ ਆਉਣ ਵਾਲਿਆਂ ਨੂੰ ਦਿੱਕਤ ਹੋ ਰਹੀ ਹੈ, ਜੋ ਇੰਡੀਆ ਆ ਜਾਂਦੇ ਨੇ ਫਿਰ ਆਸਟ੍ਰੇਲੀਆ ਜਾਣ ਨੂੰ ਦਿੱਕਤ ਹੋ ਰਹੀ ਹੈ। ਥੋੜੇ ਦਿਨਾਂ ਬਾਅਦ ਤੁਹਾਨੂੰ ਕੋਈ ਨਵਾਂ ਬਿਆਨ ਆਸਟ੍ਰੇਲੀਆ ਦੀ ਗਵਰਨਮੈਂਟ ਦਾ ਮਿਲਦਾ ਹੈ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਆਸਟ੍ਰੇਲੀਆ ਬੇਸਿਕਲੀ 2 ਐਕਸਟ੍ਰੀਮ ਪਿੰਡਾਂ ਦੇ ਵਿੱਚ ਵਸਿਆ ਤੀਸਰਾ ਪਿੰਡ ਹੈ। ਇੱਕ ਐਕਸਟ੍ਰੀਮਿਸਟ ਬਿਲਕੁਲ ਨਹੀਂ ਡਰਦਾ, ਇੱਕ ਜ਼ਰੂਰਤ ਤੋਂ ਜ਼ਿਆਦਾ ਡਰਦਾ। ਇਹਦਾ ਮੂੰਹ ਕਦੀ ਵਾਰੀ ਇੱਧਰ ਨੂੰ ਹੋ ਜਾਂਦਾ, ਕਈ ਵਾਰੀ ਉੱਧਰ ਨੂੰ ਹੋ ਜਾਂਦਾ। ਸੋ ਜਿੱਦਾਂ ਨਿਊਜ਼ੀਲੈਂਡ ਨੇ ਬਹੁਤ ਕਲੀਅਰਲੀ ਕਹਿਤਾ ਕਿ ਅਸੀਂ 2021 ਬਾਰੇ ਨਹੀਂ ਸੋਚ ਰਹੇ, ਔਰ ਉਹ ਸੋਚ ਵੀ ਨਹੀਂ ਰਹੇ, ਉਹਨਾਂ ਨੇ ਉਹਦੇ ਬਾਰੇ ਕੋਈ ਗੱਲਬਾਤ ਵੀ ਨਹੀਂ ਕੀਤੀ। ਸੋ ਆਸਟ੍ਰੇਲੀਆ ਬਿਕੋਜ਼ ਇੰਟਰਨੈਸ਼ਨਲ ਸਟੂਡੈਂਟਸ ਦਾ ਬਹੁਤ ਵੱਡਾ ਲਿਓਰ ਆ, ਇਹ ਬਹੁਤ ਵੱਡੀ ਮਾਰਕੀਟ ਹੈ। ਇਹ ਸਾਨੂੰ ਸਮਝ ਨਹੀਂ ਲੱਗਦੀ, ਸਾਨੂੰ ਲੱਗਦਾ ਕਿ ਮੇਰਾ ਵੀਜ਼ਾ ਲੱਗਾ, ਮੇਰਾ ਨਹੀਂ ਲੱਗਾ। ਸੋ ਅਸੀਂ ਛੋਟੇ ਕੇਸਾਂ 'ਚ ਫਸੇ ਹਾਂ ਕਿ ਸ਼ਾਇਦ ਮੇਰਾ ਆਈਲੈਟਸ ਦਾ ਸਕੋਰ ਘੱਟ ਸੀ, ਮੇਰਾ 1 ਬੈਂਡ ਥੱਲੇ ਰਹਿ ਗਿਆ, ਅੱਧਾ ਉੱਪਰ ਰਹਿ ਗਿਆ। ਬਟ ਜਦੋਂ ਤੁਸੀਂ ਗਲੋਬਲੀ ਗੱਲ ਕਰਦੇ ਹੋ, ਸੋ ਇਹ ਸਾਰੇ ਮੁਲਕਾਂ ਲਈ ਇੱਕ ਬਹੁਤ ਤਗੜਾ ਵਪਾਰ ਹੈ। ਸੋ ਆਸਟ੍ਰੇਲੀਆ ਇਹ ਸ਼ੇਅਰ ਲੂਜ਼ ਨਹੀਂ ਕਰਨਾ ਚਾਹੁੰਦਾ। ਸੋ ਆਸਟ੍ਰੇਲੀਆ ਨੇ ਪਹਿਲਾਂ ਅਨਾਉਂਸ ਕੀਤਾ ਸੀ ਕਿ ਫੈਬ ਦੇ ਵਿੱਚ ਓਪਨ ਹੋ ਰਹੇ ਹਾਂ, ਫਿਰ ਕਰਤਾ ਜੁਲਾਈ ਦੇ ਵਿੱਚ ਓਪਨ ਹੋ ਰਹੇ ਹਾਂ, ਫਿਰ ਵਿੱਚ ਜੇ ਫੈਸਲਾ ਆ ਗਿਆ ਕਿ ਸਾਡੇ ਸਿਟੀਜ਼ਨ ਵੀ ਇੱਥੇ ਵਾਪਸ ਆਉਣਗੇ ਤਾਂ ਉਹਨਾਂ ਨੂੰ ਵੀ 5 ਸਾਲ ਦੀ ਕੈਦ ਆ। ਸੋ ਆਸਟ੍ਰੇਲੀਆ ਤੋਂ ਤੁਸੀਂ ਹਾਲੇ ਬਹੁਤ ਜ਼ਿਆਦਾ ਕਲੈਰਿਟੀ ਨਹੀਂ ਹੈਗੀ ਕੁਝ। ਹਾਂ, ਜਿਹੜੀ ਚੰਗੀ ਚੀਜ਼ ਆ, ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਅਗਰੈਸਿਵ ਆ। ਯੂਨੀਵਰਸਿਟੀਜ਼ ਅੱਜ ਵੀ ਕਹਿ ਰਹੀਆਂ ਕਿ ਸਾਨੂੰ ਮੌਕਾ ਦਿਓਗੇ ਤੇ ਅਸੀਂ ਆਪਣੇ ਚਾਰਟਰਡ ਪਲੇਨਸ ਲੈ ਕੇ ਸਟੂਡੈਂਟਸ ਨੂੰ ਸਿੱਧੇ ਲਿਆਵਾਂਗੇ, ਕੁਆਰੰਟਾਈਨ ਫੈਸਿਲਿਟੀਜ਼ ਦੇਵਾਂਗੇ, ਕੁਆਰੰਟਾਈਨ ਦੀ ਫੀਸ ਤੱਕ ਵਿੱਚ ਹੋਏਗੀ। ਸੋ ਅਸੀਂ ਇੱਥੋਂ ਤੱਕ ਕਰਨ ਨੂੰ ਤਿਆਰ ਹਾਂ, ਬਿਕੋਜ਼ ਯੂਨੀਵਰਸਿਟੀਜ਼ ਵੀ ਬਹੁਤ ਵੱਡੀਆਂ ਨੇ, ਔਰ ਯੂਨੀਵਰਸਿਟੀਜ਼ ਵੱਡੀਆਂ ਵੀ ਕਿਹਦੇ ਸਿਰ ਤੇ ਹੋਈਆਂ? ਇਕੱਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰ ਤੇ। ਸੋ ਯੂਨੀਵਰਸਿਟੀਜ਼ ਬਹੁਤ ਵੱਡੀਆਂ ਨੇ, ਸੋ ਇਸ ਕਰਕੇ ਇਹਨਾਂ ਦਾ ਪ੍ਰੈਸ਼ਰ ਵੀ ਹੈਗਾ, ਬਿਕੋਜ਼ ਕਾਰਪੋਰੇਟ ਲੌਬੀ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਪ੍ਰੈਸ਼ਰਾਈਜ਼ ਕਰਨ ਵਾਲੀ ਲੌਬੀ ਆ, ਉਹ ਵੀ ਹੈਗੀ ਹੈ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁਖ ਅਖਤਿਆਰ ਕਰਦਾ ਸਮਾਂ। ਬਟ ਇੱਕ ਚੀਜ਼ ਸ਼ੋਰ ਹੈ ਕਿ ਯੂਨੀਵਰਸਿਟੀਜ਼ ਨੇ ਕਮਰ ਕੱਸੀ ਹੋਈ ਹੈ, ਵੀਜ਼ਾਸ ਪ੍ਰੋਸੈਸ ਕੀਤੇ ਜਾ ਰਹੇ ਨੇ, ਵੀਜ਼ਾਸ ਅੰਬੈਸੀ ਦੇ ਵੀ ਰਹੀ ਹੈ, ਬਿਕੋਜ਼ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਕਾਫੀ ਵੱਡਾ ਆ, ਉਹ ਵੀ ਫੀਸਾਂ ਲੈ ਰਹੇ ਨੇ। ਸੋ ਆਸਟ੍ਰੇਲੀਆ ਨੇ ਆਪਣੀਆਂ ਸਰਵਿਸਿਜ਼ ਬੰਦ ਨਹੀਂ ਕੀਤੀਆਂ ਹੋਈਆਂ, ਉਹ ਚਾਲੂ ਨੇ। ਹਾਂ, ਹੁਣ ਟਰੈਵਲ ਦੇ ਉੱਪਰ ਕਲੈਰਿਟੀ ਹੈ ਕਿ ਉਹ ਆਉਣੀ ਬਾਕੀ ਹੈ ਕਿ ਉਹ ਐਕਚੁਅਲੀ ਜਹਾਜ਼ ਕਿੱਦਣ ਤੋਂ ਜਾਂਦੇ, ਲੈਂਡ ਹੁੰਦੇ, ਤੇ ਉੱਥੇ ਜਾ ਕੇ ਸਟੂਡੈਂਟਸ ਐਕਚੁਅਲ ਕਦੋਂ ਪੜ੍ਹਦੇ ਆ, ਇਹ ਹੁਣ ਆਉਣ ਵਾਲੇ ਸਮੇਂ ਤੇ ਆ। ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਾਡੀ ਪ੍ਰਾਇੋਰਿਟੀ ਵੀਜ਼ਾ ਹੈ, ਸਟੱਡੀ ਸੈਕੰਡਰੀ ਹੈ ਹਨਾ, ਤੇ ਜੇ ਹੁਣ ਕਿਸੇ ਨੂੰ ਵੀਜ਼ਾ ਮਿਲ ਵੀ ਜਾਂਦਾ ਹੈ, ਉੱਥੇ ਉਹ ਸਟੱਡੀ ਬੇਸ ਤੇ ਚੱਲਿਆ ਵੀ ਜਾਂਦਾ ਹੈ, ਕੀ ਗਾਰੰਟੀ ਹੈ ਕਿ ਕਰੋਨਾ 'ਚ ਉਹਨੂੰ ਦੂਸਰੇ ਮੁਲਕ 'ਚ ਜਾ ਕੇ ਕੰਮ ਮਿਲ ਜਾਊਗਾ? ਕੀ ਤੁਹਾਡੀ ਨਜ਼ਰ 'ਚ ਤੁਹਾਨੂੰ ਲੱਗਦਾ ਕਿ ਵਿਦਿਆਰਥੀਆਂ ਨੂੰ ਇਸ ਟਾਈਮ ਵਿਦੇਸ਼ਾਂ 'ਚ ਪੜ੍ਹਨ ਦੇ ਲਈ ਪੈਸਾ ਲਾਉਣਾ ਚਾਹੀਦਾ, ਜਦੋਂ ਕਿ ਪਹਿਲਾਂ ਹੀ ਇੰਨੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਫਸੀਆਂ ਪਈਆਂ? ਅਸਲ ਦੇ ਵਿੱਚ ਕੀ ਆ, ਇਹ ਜਦੋਂ ਅਸੀਂ ਇੱਕ ਐਂਗਲ ਤੋਂ ਗੱਲ ਕਰਾਂਗੇ ਤਾਂ ਯੈਸ, ਇਹਦੇ ਉੱਪਰ ਤੁਸੀਂ ਚਿੰਤਾ ਪ੍ਰਗਟ ਕਰ ਸਕਦੇ ਹੋ, ਪਰ ਇਹ ਇੰਡੀਵਿਜੂਅਲ ਜਦੋਂ ਸਟੋਰੀ ਦੇ ਉੱਪਰ ਜਾਓਗੇ ਕਿ ਇੱਕ ਸਟੂਡੈਂਟ ਆ, ਉਹਦੇ ਕੋਲ ਮੌਕੇ ਕਿੰਨੇ ਹੁੰਦੇ ਆ। ਸੋ ਇੱਕ ਸਟੂਡੈਂਟ ਆ ਫਰੈਸ਼ ਪਾਸ ਆਊਟ ਹੁੰਦਾ ਹੈ, ਸੋ ਪੇਰੈਂਟਸ ਇਸ ਤਰੀਕੇ ਨਾਲ ਸੋਚਦੇ ਨੇ ਕਿ ਇਹ ਬੱਚੇ ਨੂੰ ਕੰਮਕਾਰ ਖੋਲ ਕੇ ਦਈਏ ਕਿ ਇਹਨੂੰ ਬਾਹਰ ਭੇਜ ਦਈਏ। ਸੋ ਤੁਸੀਂ ਯੂ ਆਰ ਚੂਜ਼ਿੰਗ ਵਨ ਵਰਲਡ। ਇਹ ਨਹੀਂ ਕਿ ਤੁਹਾਡਾ ਡਿਲੇ ਕਰਕੇ ਤੁਸੀਂ ਸਾਲ ਬਾਅਦ ਕਹੋਗੇ ਕਿ ਮੈਂ ਅੱਜ ਰੈਡੀ ਆ ਤੇ ਫਿਰ ਚੱਲ ਜਾਊਂਗਾ, ਬਿਕੋਜ਼ ਹੁੰਦਾ ਕੀ ਆ ਕਿ ਮਾਈਂਡ ਸੈਟਅਪ ਇਦਾਂ ਦਾ ਸਾਡਾ ਕਿ ਜਿੱਦਾਂ ਇੱਕ ਬੱਚਾ ਗ੍ਰੈਜੂਏਟ ਹੋਇਆ, +2 ਕੀਤੀ, ਬੇਸਿਕ ਗ੍ਰੈਜੂਏਸ਼ਨ ਕੀਤੀ, ਸਾਡੇ ਦਿਮਾਗ ਦੇ ਧੀ ਵਿਆਹੁਣ ਵਰਗਾ ਅੱਜ ਕੱਲ੍ਹ ਬੋਝ ਆ ਗਿਆ ਪੇਰੈਂਟਸ ਦੇ ਉੱਪਰ ਵੀ ਇਹਦਾ ਕੀ ਕਰੀਏ। ਸੋ ਉਹਦੇ ਚੋਂ ਇੱਕ ਆਪਸ਼ਨ ਨਿਕਲ ਕੇ ਆਉਂਦੀ ਹੈ ਕਿ ਸਭ ਤੋਂ ਵਧੀਆ ਵੀਜ਼ਾ ਦਾ ਚਾਂਸ ਕਦੋਂ ਬਣਦਾ ਆ? ਜਦੋਂ ਇਹ ਫਰੈਸ਼ ਗ੍ਰੈਜੂਏਟ ਆ, ਫਰੈਸ਼ ਪਾਸ ਆਊਟ ਆ। ਉਸ ਟਾਈਮ ਕੀ ਆ ਕਿ ਸਟੂਡੈਂਟ ਦਾ ਪੜ੍ਹਾਈ ਨਾਲ ਲਗਾਵ ਹੈਗਾ,
ਸਟੂਡੈਂਟ ਕੋ ਆਈਲੈਟਸ ਕਹੋਗੇ ਉਹ ਵੀ ਉਹਨੇ ਕਰ ਲੈਣਾ ਆ ਜੀ। ਪੇਰੈਂਟਸ ਬਿਕੋਜ਼ ਸਾਈਕੋਲੋਜੀਕਲੀ ਪਹਿਲਾਂ ਹੀ ਪ੍ਰਪੇਅਰ ਹੋਏ ਨੇ ਕਿ ਵੇਟ ਕਰ ਰਹੇ ਨੇ ਕਿ ਬੱਚਾ ਜਦੋਂ ਪਾਸ ਆਊਟ ਹੋਏਗਾ ਉਸ ਤੋਂ ਪਹਿਲਾਂ ਜਦੋਂ ਕੁੜੀ ਜਵਾਨ ਹੋਈ ਤੇ ਉਹਦਾ ਪਹਿਲਾਂ ਮਾਪਿਆਂ ਨੇ ਹਿਸਾਬ ਲਾਇਆ। ਸੋ ਅੱਜ ਕੱਲ੍ਹ ਮੁੰਡਿਆਂ ਦੇ ਉਸੇ ਹਿਸਾਬ ਨਾਲ ਦਿਮਾਗ 'ਚ ਬੱਚਿਆਂ ਦਾ ਪੂਰਾ ਹਿਸਾਬ ਲਾਇਆ ਪਿਆ ਕਿ ਬੱਚੇ ਜਵਾਨ ਹੋਏ, ਇਹਨਾਂ ਨੂੰ ਬਾਹਰ ਭੇਜਣ ਲਈ ਕੀ ਕਰਨਾ। ਉਹ ਪਹਿਲਾਂ ਹੀ ਫਾਈਨੈਂਸ਼ੀਅਲ ਵੀ ਕੈਪੇਬਿਲਿਟੀ ਹੈਗੀ ਆ, ਉਹ ਰੈਡੀਨੈਸ ਵੀ ਆ ਜੀ। ਸੋ ਇਹ ਜਿਹੜੀਆਂ 4-5 ਚੀਜ਼ਾਂ ਆ ਇਹ ਇੱਕ ਟਾਈਮ ਖੜੀਆਂ ਹੋ ਗਈਆਂ। ਇਹ ਦੁਬਾਰਾ ਇਹਨਾਂ ਸਭ ਨੂੰ ਖੜਾ ਕਰਨਾ ਉਹਦੇ ਲਈ ਬਹੁਤ ਤਕੜਾ ਹੌਸਲਾ ਲੱਗਦਾ ਤੇ ਉਹ ਪਤਾ ਨਹੀਂ ਵਕਤ ਦੁਬਾਰਾ ਆਉਂਦਾ ਕਿ ਨਹੀਂ ਆਉਂਦਾ ਜੀ। ਸੋ ਇਸ ਕਰਕੇ ਉਹ ਸਮਾਂ ਲੂਜ਼ ਹੋ ਜਾਣਾ, ਉਹ ਦੁਬਾਰਾ ਆਉਣਾ ਕਿ ਨਹੀਂ ਆਉਂਦਾ, ਇਹ ਤੈਅ ਕਰਨਾ ਮੁਸ਼ਕਲ ਆ ਜੀ। ਕਿਉਂਕਿ ਅਸੀਂ ਉਸ ਸਮਾਜ 'ਚ ਰਹਿੰਦੇ ਆ ਜਿੱਥੇ ਸਾਡੇ ਕਰੀਅਰਸ ਤੈਅ ਕਰਨੇ ਸਾਡੇ ਹੱਥ ਨਹੀਂ ਆ। ਸੋ ਤੁਸੀਂ ਵੇਖੋ ਇੱਥੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਨੇ, ਤੁਸੀਂ ਵੇਖੋਗੇ ਐਕਸੈਪਟ ਡਾਕਟਰਸ, ਬਹੁਤ ਸਾਰੇ ਸਕਸੈਸਫੁਲ ਲੋਕਾਂ ਨੂੰ ਅਗਰ ਤੁਸੀਂ ਵੇਖੋਗੇ ਤਾਂ ਉਹਨਾਂ ਦੇ ਪਿੱਛੇ ਉਹਨਾਂ ਦੀ ਐਜੂਕੇਸ਼ਨ ਨਹੀਂ ਖੜੀ ਜੀ। ਵੀ ਜਿਹੜਾ ਕੋਈ ਕੰਮ ਕਰ ਰਿਹਾ ਤੁਸੀਂ ਪੁੱਛੋਗੇ ਉਹਦੀ ਲਿਆਕਤ ਕੀ ਆ, ਤੁਸੀਂ ਵੇਖੋਗੇ ਉਹਨੇ ਪੜ੍ਹਾਈ ਕੁਛ ਕੀਤੀ ਸੀ, ਬਣਿਆ ਕੁਛ ਪਿਆ ਤੇ ਕਰ ਅੱਜ ਕੱਲ ਕੁਛ ਹੋਰ ਰਿਹਾ। ਸੋ ਅਸੀਂ ਉਸ ਸਮਾਜ 'ਚ ਰਹਿੰਦੇ ਹਾਂ ਕਿ ਜਿੱਥੋਂ ਤੁਸੀਂ ਜ਼ਿੰਦਗੀ 'ਚ ਪਹਿਲਾ ਰੁਪਈਆ ਕਮਾਇਆ ਉਹ ਕਰੀਅਰ ਗੱਲ ਪੈ ਗਿਆ। ਸੋ ਸਟੂਡੈਂਟਸ ਇਸ ਟਾਈਮ ਉਹ ਦੂਜਾ ਕਰੀਅਰ ਗੱਲ ਨਹੀਂ ਪਾਉਣਾ ਚਾਹੁੰਦੇ। ਬਿਲਕੁਲ। ਸੋ ਇਸੇ ਕਰਕੇ ਸਾਡੇ ਸਟੂਡੈਂਟਸ ਇਹਦੇ ਕੰਮ ਵੀ ਘੱਟ ਕਰਦੇ ਆ ਜੀ, ਔਰ ਬਾਹਰ ਜਾ ਕੇ ਤੁਸੀਂ ਵੇਖੋ 18-18 ਘੰਟੇ ਕੰਮ ਵੀ ਕਰਦੇ ਆ। ਯੈਸ, ਕੋਵਿਡ ਟਾਈਮ ਦੇ ਉੱਪਰ ਬਾਹਰ ਸਮੇਂ ਦੀ ਰਿਸਟ੍ਰਿਕਸ਼ਨਸ ਜ਼ਰੂਰ ਆ, ਕੰਮ ਕਰ ਘੱਟ ਜ਼ਰੂਰ ਨੇ, ਬਟ ਆਬਵੀਅਸਲੀ ਰਿਵਾਰਡਿੰਗ ਨੇ। ਇਹ ਚੀਜ਼ਾਂ ਮੂੰਹੋਂ ਬੋਲਦੀਆਂ ਨੇ ਔਰ ਇਹਨਾਂ ਚੀਜ਼ਾਂ ਨੇ ਵਾਕਿਆ ਪਰਿਵਾਰਾਂ 'ਚ ਫਰਕ ਪਾਇਆ। ਬਿਕੋਜ਼ ਅਗਰ ਤੁਸੀਂ ਪਿੰਡਾਂ 'ਚ ਵੇਖਦੇ ਹੋ ਆਸੇ-ਪਾਸੇ ਵੀ ਕਿਸੇ ਘਰ 'ਚ ਖੁਸ਼ਹਾਲੀ ਆ ਤੇ ਉਹਦੇ ਕਿੱਲਿਆਂ ਤੋਂ ਘੱਟ ਉਹਦੀ ਬਾਹਰ ਦੀ ਆਮਦਨ ਤੋਂ ਜ਼ਿਆਦਾ ਆ। ਸੋ ਜਦੋਂ ਸਾਡੇ ਸਮਾਜ 'ਚ ਕੁਝ ਚੀਜ਼ਾਂ ਪ੍ਰਤੱਖ ਰੂਪ 'ਚ ਦਿਸਦੀਆਂ ਨੇ ਸੋ ਉਹਨਾਂ ਨੂੰ ਫਿਰ ਝੁਠਲਾਇਆ ਨਹੀਂ ਜਾ ਸਕਦਾ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਅਸੀਂ ਆਮ ਤੌਰ ਤੇ ਕਹਿ ਵੀ ਦਿੰਦੇ ਹਾਂ ਕਿ ਦੁਆਬੇ 'ਚ ਵੱਡੀਆਂ ਕੋਠੀਆਂ ਜਿਹੜੀਆਂ ਇਟਲੀ ਤੇ ਕੈਨੇਡਾ ਦੇ ਸਿਰ ਤੇ ਪਈਆਂ, ਲੋਕਾਂ ਨੇ ਉੱਥੇ ਜਾ ਕੇ ਮਿਹਨਤ ਕੀਤੀ ਤੇ ਬਾਅਦ 'ਚ ਇੱਥੇ ਆ ਕੇ ਉਹਨਾਂ ਨੇ ਉਹ ਸੁੱਖ ਦੇਖਿਆ ਜੋ ਸ਼ਾਇਦ ਉਹ ਇੰਡੀਆ ਦੇ ਵਿੱਚ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਨਾ ਦੇਖਦੇ। ਪਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਕੰਟਰੀਜ਼ ਨੇ ਇੰਡੀਆ ਤੇ ਬੈਨ ਲਾਈ ਜਾ ਰਹੀਆਂ ਨੇ ਕਿਉਂਕਿ ਉੱਥੋਂ ਫਲਾਈਟਾਂ ਵੀ ਟਰੈਵਲ ਬੈਨ ਵੀ ਲਾਤਾ, ਫਲਾਈਟਾਂ ਵੀ ਬੰਦ ਕਰ ਦਿੱਤੀਆਂ। ਜਿਹੜੇ ਉੱਧਰ ਫਸੇ ਨੇ ਉੱਧਰ ਫਸੇ ਰਹਿ ਗਏ, ਇੱਧਰ ਨੇ ਇੱਧਰ ਰਹਿ ਗਏ। ਇਹ ਬੈਨ ਖੁੱਲਣ ਦੇ ਅਸਾਰ ਕਦੋਂ ਕੁ ਨਜ਼ਰ ਆਉਂਦੇ ਨੇ? ਅਸਾਰ ਤੁਸੀਂ ਬਹੁਤ ਜਲਦ ਵੇਖੋਗੇ। ਤੁਸੀਂ ਵੇਖੋਗੇ ਨੈਕਸਟ ਮੰਥ ਵਿੱਚ ਬਹੁਤ ਸਾਰੀਆਂ ਅਨਾਉਂਸਮੈਂਟਸ ਹੋਣਗੀਆਂ ਇੰਡੀਆ ਨੂੰ ਲੈ ਕੇ ਜੀ। ਪਰ ਅਸੀਂ ਇੱਥੋਂ ਤੱਕ ਅਪੜੇ ਕਿੱਦਾਂ ਆ, ਸਟੋਰੀ ਇਹ ਵੀ ਆ ਬਿਕੋਜ਼ ਸਾਡਾ ਮੀਡੀਆ ਵੀ ਚੰਗਾ ਮਤਲਬ ਪ੍ਰਭਾਵਸ਼ਾਲੀ ਆ। ਸੋ ਤੁਸੀਂ ਵੇਖੋ ਇਸ ਟਾਈਮ ਇੰਡੀਆ ਨੂੰ ਇਸ ਨਜ਼ਰ ਨਾਲ ਵੇਖਿਆ ਜਾ ਰਿਹਾ ਜਿੱਦਾਂ ਤੁਸੀਂ ਪਿਛਲੇ ਸਾਲ ਵੁਹਾਨ ਨੂੰ ਵੇਖਦੇ ਸੀ। ਬਿਲਕੁਲ। ਸੋ ਤੁਸੀਂ ਇਸ ਤਰੀਕੇ ਨਾਲ ਸੋਚਿਆ ਜਾ ਰਿਹਾ ਕਿ ਇੰਡੀਆ ਨੂੰ ਕਿ ਕੋਈ ਇੰਡੀਆ ਦੇ ਕੋਲੋਂ ਦੀ ਵੀ ਲੰਘ ਕੇ ਆ ਰਿਹਾ ਤੇ ਇਹਦੀ ਹਵਾ ਚੈੱਕ ਕਰੋ ਬਈ। ਸੋ ਇੰਡੀਆ ਤੋਂ ਇਸ ਟਾਈਮ ਕੋਈ ਵੀ ਕਿਤੇ ਟਰੈਵਲ ਕਰਨਾ ਤਾਂ ਉਹਨੂੰ ਹਿਊਮਨ ਬੰਬ ਵਾਂਗੂ ਵੇਖਿਆ ਜਾ ਰਿਹਾ ਕਿ ਇਹ ਇੱਥੇ ਆ ਕੇ ਫਟ ਨਾ ਜਾਏ। ਸੋ ਇੱਕਦਮ ਰਾਤੋਂ ਰਾਤ ਇਹ ਐਸਾ ਗੁਬਾਰ ਛਾਇਆ ਕਿ ਜਿਹਨੇ ਸਾਰੇ ਕੰਟਰੀਜ਼ ਨੂੰ ਇਹ ਸੋਚਣ ਤੇ ਮਜਬੂਰ ਕਰਤਾ ਕਿ ਨਹੀਂ ਵੀ ਇੱਕ ਵਾਰੀ ਸਾਨੂੰ ਬ੍ਰੇਕ ਲਾਉਣੀ ਪੈਣੀ ਹੈ ਜੀ। ਔਰ ਤੁਸੀਂ ਵੇਖੋ ਦੁਬਈ ਤੋਂ ਸ਼ੁਰੂ ਹੋਇਆ, ਸਿੰਗਾਪੁਰ ਤੱਕ ਪਹੁੰਚਿਆ, ਆਲਮੋਸਟ ਸਾਰੇ ਕੈਨੇਡਾ ਨੇ ਬ੍ਰੇਕ ਲਾਤੀ, ਆਲਮੋਸਟ ਸਾਰੇ ਮੁਲਕਾਂ ਨੇ ਬ੍ਰੇਕ ਲਾਤੀ। ਬਿਲਕੁਲ। ਬਟ ਇਹ ਹੌਲੀ ਹੌਲੀ ਤੁਸੀਂ ਵੇਖੋਗੇ, ਤੁਸੀਂ ਅਗਰ ਅੱਜ ਦੀਆਂ ਖਬਰਾਂ ਵੇਖੋਗੇ ਤਾਂ ਅਸੀਂ ਪੀਕ ਤੋਂ ਥੱਲੇ ਆਉਣਾ ਸ਼ੁਰੂ ਹੋ ਗਏ। ਸੋ ਐਕਚੁਅਲ ਰਿਐਲਿਟੀ ਕੀ ਹੈ, ਬਟ ਤੁਸੀਂ ਖਬਰਾਂ ਦੇ ਹਿਸਾਬ ਨਾਲ ਤਾਂ ਇਹੀ ਮੰਨਦੇ ਹੋ ਕਿ ਅਸੀਂ ਪੀਕ ਤੋਂ ਥੱਲੇ ਆਉਣਾ ਸ਼ੁਰੂ ਹੋ ਗਏ। ਮੌਤ ਦਰ ਉਨੀ ਹੀ ਹੈ ਲੇਕਿਨ ਕਰੋਨਾ ਕੇਸਿਸ ਘਟ ਗਏ ਨੇ। ਕਰੋਨਾ ਕੇਸਿਸ ਘਟਣ ਲੱਗ ਪਏ। ਸੋ ਹੌਲੀ ਹੌਲੀ ਇਹ ਮੀਡੀਆ ਵਾਲਾ ਡਰ ਜਿਹੜਾ ਆ ਇਹ ਹੌਲੀ ਹੌਲੀ ਹਵਾ ਹੋ ਜਾਣਾ। ਸੋ ਜਿੱਦਾਂ ਡਰ ਘਟਿਆ ਉਸੇ ਤਰੀਕੇ ਨਾਲ ਬਿਕੋਜ਼ ਪੂਰੀ ਦੁਨੀਆ ਇੱਕ ਬਾਣੀਏ ਪੁਣੇ ਦੇ ਸਿਸਟਮ ਦੇ ਉੱਪਰ ਚੱਲਦੀ ਹੈ, ਪੂਰੀ ਦੁਨੀਆ ਕਮਰਸ ਦੇ ਮਾਡਲ ਤੇ ਆ। ਸੋ ਜਿੱਦਾਂ ਤੁਹਾਡੀ ਰਿਸਕ ਟੇਕਿੰਗ ਕੈਪੈਸਿਟੀ ਵੱਧਦੀ ਜਾਣੀ ਹੈ। ਸੋ ਜਿੱਦਾਂ ਤੁਸੀਂ ਦੇਖੋਗੇ ਕਿ ਸ਼ਾਇਦ ਇੰਡੀਆ ਤੋਂ ਰਿਸਕ ਘਟ ਗਿਆ ਸੋ ਤੁਸੀਂ ਚਾਂਸਸ ਵੱਧ ਲੈਣ ਲੱਗ ਪੈਣਾ। ਸੋ ਹੌਲੀ ਹੌਲੀ ਤੁਸੀਂ ਵੇਖੋਗੇ ਬਿਕੋਜ਼ ਸਾਰੇ ਮੁਲਕਾਂ ਦੀ ਇਕਨੋਮੀ ਟੂਰਿਜ਼ਮ ਤੋਂ ਚੱਲਦੀ ਆ, ਹੌਲੀਡੇਇੰਗ ਤੋਂ ਚੱਲਦੀ ਆ, ਇੰਟਰਨੈਸ਼ਨਲ ਸਟੂਡੈਂਟਸ ਤੋਂ ਚੱਲਦੀ ਆ। ਸੋ ਇਹਨਾਂ ਨੂੰ ਰੋਕ ਕੇ ਰੱਖ ਲੈਣਗੇ ਤੇ ਬਹੁਤ ਜ਼ਿਆਦਾ ਤਰੱਕੀ ਨਹੀਂ ਰਹਿੰਦੀ। ਸੋ ਅਗਲੇ ਮਹੀਨੇ ਤੱਕ ਤੁਸੀਂ ਵੇਖੋਗੇ ਹੌਲੀ ਹੌਲੀ ਜਿੱਦਾਂ ਯੂਕੇ ਤੋਂ ਤੁਸੀਂ ਵੇਖਿਆ ਯੂਕੇ ਨੇ ਅੱਜ ਆਪਣਾ ਇੰਟਰਨਲ ਲਾਕਡਾਊਨ ਆਲਮੋਸਟ ਖਤਮ ਕਰ ਲਿਆ। ਸਿਨੇਮਾਸ ਖੁੱਲ ਗਏ, ਪੱਬ ਖੁੱਲ ਗਏ, ਰੈਸਟੋਰੈਂਟ ਖੁੱਲ ਗਏ ਜੀ। ਸੋ ਇਸੇ ਤਰੀਕੇ ਨਾਲ ਯੂਐਸ ਨੇ ਅੱਜ ਅਨਾਉਂਸ ਕਰਤਾ ਕਿ ਅਸੀਂ ਜਿਹੜੇ ਅਗਸਤ ਦੇ ਵਿੱਚ ਸਟੂਡੈਂਟਸ ਆ ਉਹਨਾਂ ਨੂੰ ਵੈਲਕਮ ਕਰਦੇ ਆ ਇੰਡੀਆ ਤੋਂ, ਉਹਨਾਂ ਦੇ ਉੱਪਰ ਕੋਈ ਬੈਨ ਨਹੀਂ ਆ। ਸੋ ਆਪਾਂ ਅੱਜ ਹੀ ਗੱਲ ਕरें ਤੇ ਅੱਜ ਹੀ ਸਾਡੇ ਕੋਲ 2-3 ਨਿਊਜ਼ ਨੇ। ਸੋ ਤੁਸੀਂ ਅਗਲੇ ਮਹੀਨੇ ਤੱਕ ਵੇਖੋਗੇ ਹੌਲੀ ਹੌਲੀ ਆਲਮੋਸਟ ਸਾਰੇ ਕੰਟਰੀਜ਼ ਦਾ ਡਰ ਇੰਡੀਆ ਤੋਂ ਖਤਮ ਹੋ ਜਾਣਾ। ਬਿਕੋਜ਼ ਇੱਕ ਤੇ ਵੈਕਸੀਨੇਸ਼ਨ ਤੁਹਾਡਾ ਹੌਸਲਾ ਵਧਾਉਣ ਲੱਗ ਪਈ ਕਿ ਹਰ ਬੰਦੇ ਨੇ ਵੈਕਸੀਨੇਟ ਹੋ ਕੇ ਆਉਣਾ ਆ ਜੀ। ਇੱਕ ਉਹ ਚੀਜ਼ ਲਾਜ਼ਮੀ ਹੋ ਜਾਣੀ ਆ। ਦੂਸਰਾ ਆਬਵੀਅਸਲੀ ਅਪਰਚੂਨਿਟੀ ਨੂੰ ਹਰੇਕ ਨੇ ਕੈਸ਼ ਕਰਨਾ ਹੀ ਕਰਨਾ ਜੀ। ਟੂਰਿਸਟ ਵੀਜ਼ੇ ਦੀ ਗੱਲ ਛਿੜੀ ਹੈ। ਆਮ ਤੌਰ ਤੇ ਹੁੰਦਾ ਕਿ
ਛੁੱਟੀਆਂ ਹੋਈਆਂ ਇੰਡੀਆ ਦੀ ਜੇ ਗੱਲ ਕਰੀਏ ਤੇ ਜੂਨ ਜੁਲਾਈ ਦੇ ਦੌਰਾਨ ਸਾਡੇ ਇੰਡੀਅਨਸ ਜਿਹੜੇ ਆ ਉਹਨਾਂ ਨੇ ਕਿਸੇ ਨਾ ਕਿਸੇ ਕੰਟਰੀ 'ਚ ਘੁੰਮਣ ਜਾਣਾ ਹੀ ਜਾਣਾ ਤੇ ਜੇ ਕੋਈ ਅਮਰੀਕਾ ਵੀ ਰਹਿ ਰਿਹਾ ਹੈ ਜਾਂ ਕਿਸੇ ਹੋਰ ਕੰਟਰੀ 'ਚ ਵੀ ਰਹਿ ਰਿਹਾ ਹੈ ਉਹਨਾਂ ਨੇ ਗਰਮੀਆਂ ਦੀਆਂ ਛੁੱਟੀਆਂ 'ਚ ਜਾਂ ਸਿਆਲਾਂ ਦੀਆਂ ਛੁੱਟੀਆਂ ਦੇ ਵਿੱਚ ਇੰਡੀਆ ਆਉਣਾ ਹੀ ਆਉਣਾ। ਇਹ ਤਾਂ ਆਮ ਜਿਹੀ ਗੱਲ ਹੈ। ਤੇ ਹੁਣ ਜਿਹੜੇ ਟੂਰਿਸਟ ਲੋਕ ਨੇ ਉਹ ਤਾਂ ਫਸ ਕੇ ਉਹਨਾਂ ਦੇ ਲਈ ਤਾਂ ਨਹੀਂ ਕੋਈ ਅਸਾਰ ਨਜ਼ਰ ਆਉਂਦੇ, ਸਟੂਡੈਂਟਸ ਦੇ ਲਈ ਤਾਂ ਚਲੋ ਫਿਰ ਵੀ ਅਸਾਰ ਨਜ਼ਰ ਆ ਰਹੇ ਕਿ ਉਹ ਆ ਜਾਣਗੇ ਪੜ੍ਹ ਲੈਣਗੇ, ਘੁੰਮਣ ਵਾਲਿਆਂ ਦੇ ਤਾਂ ਅਸਾਰ ਬੰਦ ਹੋ ਗਏ। ਇਹ ਤਕਰੀਬਨ ਬਿਲਕੁਲ ਸੱਚ ਹੈ ਬਿਕੋਜ਼ ਟੂਰਿਜ਼ਮ ਤੁਹਾਡੀ ਦਿਲ ਦੀ ਖੁਸ਼ੀ ਦੇ ਨਾਲ ਹੈ, ਟੂਰਿਜ਼ਮ ਤੁਹਾਡੇ ਡਰ ਦੇ ਨਾਲ ਨਹੀਂ ਹੈਗਾ। ਕਾਰੋਬਾਰ ਡਰ ਦੇ ਨਾਲ ਹੋ ਸਕਦਾ, ਤੁਸੀਂ ਵੇਖਿਆ ਲੋਕ ਕਰੋਨਾ ਹੈ, ਲੋਕਡਾਊਨ ਆ, ਪੁਲਿਸ ਦਾ ਡੰਡਾ ਵੀ ਹੈ ਤਾਂ ਵੀ ਸ਼ਟਰ ਚੱਕ ਕੇ ਮਤਲਬ ਕੋਈ ਨਾ ਕੋਈ ਸਮਾਨ ਦੀ ਟ੍ਰੇਡਿੰਗ ਹੋ ਰਹੀ ਹੈ ਬਿਕੋਜ਼ ਉਹ ਵਪਾਰ ਹੈ ਜੀ। ਸੋ ਸਟੂਡੈਂਟਸ ਇੱਕ ਤਰੀਕੇ ਦਾ ਵਪਾਰ ਹੈ। ਸੋ ਟੂਰਿਜ਼ਮ ਜਿਹੜਾ ਆ ਉਹ ਹੌਲੀਡੇਇੰਗ ਤੁਹਾਡੀ ਦਿਲ ਦੀ ਖੁਸ਼ੀ ਦੇ ਨਾਲ ਹੈ ਔਰ ਖੁਸ਼ੀ ਸਭ ਤੋਂ ਪਹਿਲਾਂ ਉੱਥੋਂ ਸ਼ੁਰੂ ਹੋਣੀ ਆ ਜਦੋਂ ਤੁਹਾਡਾ ਚਿਹਰੇ ਤੋਂ ਡਰ ਲੱਥਾ। ਡਰ ਤੁਹਾਡੇ ਮਾਸਕਾਂ ਦੇ ਨਾਲ ਲੱਥਣਾ ਹੈ। ਸੋ ਜਦ ਤੱਕ ਤੁਹਾਡੇ ਚਿਹਰੇ ਤੋਂ ਡਰ ਦੇ ਹਾਵ ਭਾਵ ਨਹੀਂ ਜਾਂਦੇ ਤਦ ਤੱਕ ਹੌਲੀਡੇਇੰਗ ਦੇ ਉੱਪਰ ਥੋੜਾ ਬਹੁਤ ਮੁਸ਼ਕਲ ਹੈ। ਸੱਚ ਹੌਲੀਡੇਇੰਗ ਤੋਂ ਯਾਦ ਆਇਆ ਮੈਨੂੰ, ਯੈਸ ਬਹੁਤ ਸਾਰੇ ਲੋਕ ਇਨੋਵੇਟਿਵ ਨੇ। ਹੁਣ ਕੱਲ ਹੀ ਕਿਸੇ ਨੇ ਇੱਕ ਹੌਲੀਡੇ ਦਾ ਪਲਾਨ ਬਣਾਇਆ ਕਿ ਤੁਸੀਂ ਰਸ਼ੀਆ ਜਾਓ ਜੀ, ਉੱਥੇ ਜਿਹੜੇ ਸਪੁਤਨਿਕ ਵੈਕਸੀਨ ਆ ਜਿਹੜੀ ਉਹ ਲਗਵਾ ਕੇ ਆਓ, ਉੱਥੇ 28 ਦਿਨ ਦਾ ਸਟੇ ਆ 3 ਸਟਾਰ ਹੋਟਲ ਦਾ ਜੀ। ਸੋ ਅਪਰਚੂਨਿਟੀ ਵਾਲੇ ਲੋਕ ਕੰਮ ਕਰ ਲੈਂਦੇ ਨੇ। ਖੈਰ ਨਾਲ ਰਸ਼ੀਆ ਦਾ ਟੂਰ ਵੇਚਣ ਲੱਗ ਪਏ ਨੇ ਕਿ ਤੁਸੀਂ ਰਸ਼ੀਆ ਦਾ ਟੂਰ ਲਓ, ਨਾਲ ਉੱਥੇ ਆ ਕੇ ਵੈਕਸੀਨੇਸ਼ਨ ਲਵਾ ਕੇ ਆਓ, ਨਾਲੇ ਛੁੱਟੀਆਂ ਕੱਟ ਕੇ ਆਓ ਤੇ ਫੁੱਲੀ ਵੈਕਸੀਨੇਟਡ ਹੋ ਕੇ ਸਰਟੀਫਿਕੇਟ ਲੈ ਕੇ ਤੁਸੀਂ ਇੰਡੀਆ ਆ ਸਕਦੇ ਹੋ ਤੇ ਪੂਰੀ ਦੁਨੀਆ ਫਿਰ ਦੁਬਾਰਾ ਤੋਂ ਘੁੰਮਣ ਜਾ ਸਕਦੇ ਹੋ ਜੀ। ਸੋ ਵੈਕਸੀਨੇਸ਼ਨ ਇੱਕ ਆਉਣ ਵਾਲੇ ਸਮੇਂ 'ਚ ਇੱਕ ਬਿਹਤਰ ਰੋਲ ਪਲੇ ਕਰੇਗਾ ਬਿਕੋਜ਼ ਜਿਹੜੀ ਟਰੈਵਲਿੰਗ ਆ ਉਹ ਵੈਕਸੀਨੇਸ਼ਨ ਤੋਂ ਬਿਨਾਂ ਹੋਣੀ ਥੋੜੀ ਔਖੀ ਲੱਗਦੀ ਹੈ ਜੀ। ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਟੂਡੈਂਟਸ ਵੀ ਆਰਾਮ ਦੇ ਨਾਲ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਮਹੀਨੇ ਕੁ ਤਾਈਂ ਸਾਰੇ ਰਾਹ ਖੁੱਲ ਜਾਣੇ, ਪਰ ਜਿਹੜੇ ਪਲੇਨ ਨੇ ਉਹ ਆਮ ਚੱਲਣ ਲੱਗ ਜਾਣਗੇ, ਬੈਨ ਹਟ ਜਾਣਗੇ, ਇੱਕ ਨਾਰਮਲ ਵਾਤਾਵਰਣ ਇਮੀਗ੍ਰੇਸ਼ਨ ਦੇ ਦਾਇਰੇ 'ਚ ਜੇ ਕਰੋਨਾ ਨਹੀਂ ਵੀ ਹਟਦਾ ਤੇ ਦੇਖਣ ਨੂੰ ਮਿਲ ਸਕਦਾ ਹੈ ਜਾਂ ਨਹੀਂ? ਦੇਖੋ ਮੈਮ, ਇਸ ਟਾਈਮ ਜਿਹੜੀਆਂ ਸਟੂਡੈਂਟਸ ਲਈ 3 ਕੰਟਰੀਜ਼ ਬਹੁਤ ਅਹਿਮ, ਪਰਫੈਕਟਲੀ ਫਸਟ ਕਲਾਸ ਉਹਨਾਂ ਦੀ ਭਰਤੀ ਵੀ ਹੋ ਰਹੀ ਆ, ਵੀਜ਼ਾਸ ਵੀ ਲੱਗ ਰਹੇ ਨੇ ਔਰ ਸਟੂਡੈਂਟ ਬਹੁਤ ਜਲਦੀ ਟਰੈਵਲ ਵੀ ਕਰ ਲੈਣੇ। USA ਹੈ, USA ਵਿੱਚ ਕਿਸੇ ਕਿਸਮ ਦੀ ਕੋਈ ਬ੍ਰੇਕ ਨਹੀਂ। ਹਾਂਜੀ, ਉਹ ਗੱਲ ਕੀਤੀ US ਵਿੱਚ ਰੈਗੂਲਰ ਸਟੂਡੈਂਟ ਵੀਜ਼ਾਸ ਲੱਗ ਰਹੇ ਆ, ਐਮਬੈਸੀਜ਼ ਖੁੱਲ ਰਹੀਆਂ ਨੇ ਔਰ ਮਤਲਬ 에ਅਰਪੋਰਟ ਵੀ ਆਮ ਤੌਰ ਤੇ ਚੱਲਣ ਲੱਗ ਜਾਣਗੇ ਤਾਂ ਬੱਚੇ ਪਹੁੰਚਣਗੇ। ਦੂਸਰਾ ਹੈਗਾ ਕੈਨੇਡਾ ਦੇ ਵਿੱਚ ਕੋਈ ਬ੍ਰੇਕ ਨਹੀਂ ਲੱਗਣ ਵਾਲੀ। ਤੀਸਰਾ ਹੈਗਾ UK। ਇਹ 3 ਕੰਟਰੀ ਤੇ ਪੱਕੇ ਨੇ ਕਿ ਜਿਨ੍ਹਾਂ 'ਚ ਕੋਈ ਬ੍ਰੇਕ ਨਹੀਂ ਲੱਗਣ ਵਾਲੀ, ਇਹ ਲਗਾਤਾਰ ਚੱਲਣਗੇ ਜੀ। ਹਾਂ, ਜਿੱਦਾਂ ਬਿਕੋਜ਼ ਹੌਲੀਡੇਜ਼ ਦੇ ਨਾਲ ਟੂਰਿਜ਼ਮ ਨਾਲ ਬਹੁਤ ਸਾਰੀ ਜਿਹੜੀਆਂ ਸ਼ੈਡਿਊਲਡ ਫਲਾਈਟ ਸੀਗੀਆਂ ਉਹ ਕੈਨਸਲ ਹੋ ਗਈਆਂ ਨੇ ਬਿਲਕੁਲ। ਔਰ ਫਿਰ ਵੀ ਤੁਸੀਂ ਵੇਖਿਆ ਪਿਛਲੇ ਸਮੇਂ 'ਚ ਵੀ ਚਾਰਟਰਡ ਫਲਾਈਟਸ ਚੱਲਦੀਆਂ ਰਹੀਆਂ ਨੇ ਕਿ ਇੱਕ ਜਹਾਜ਼ ਆਉਂਦਾ, ਇੱਕ ਜਹਾਜ਼ ਲੈ ਜਾਂਦਾ। ਸੋ ਆਬਵੀਅਸਲੀ ਸਵਾਰੀਆਂ ਹੋਣਗੀਆਂ, ਜਹਾਜ਼ ਆਪੇ ਚੱਲਣ ਲੱਗ ਪੈਣਗੇ। ਸੋ ਸਵਾਰੀਆਂ ਸ਼ੁਰੂਆਤ ਹੋਣੀਆਂ ਇਹਨਾਂ 3 ਮੁਲਕਾਂ ਤੋਂ ਹੀ। ਸੋ ਕੈਨੇਡਾ ਦੀ ਬ੍ਰੇਕ ਨਹੀਂ ਲੱਗੀ ਸੀ, ਕੈਨੇਡਾ ਨੇ ਮਹੀਨੇ ਲਈ ਟਰੈਵਲ ਬੈਨ ਲਾਇਆ ਸੀ, ਹੁਣ ਵੇਖੋ ਉਹਨੂੰ ਫਰਦਰ ਐਕਸਟੈਂਡ ਕਰਦੇ ਕਿ ਨਹੀਂ ਕਰਦੇ ਬਿਕੋਜ਼ ਅੱਜ 21 ਮਈ ਹੈ। UK ਨੇ ਵੀ ਬੈਨ ਲੇਟ ਲਾਇਆ। ਹਾਂ, UK ਨੇ ਵੀ ਬੈਨ ਲੇਟ ਲਾਇਆ। ਸੋ ਹੌਲੀ ਹੌਲੀ ਤੁਸੀਂ ਵੇਖੋਗੇ ਇਹ ਅਖੀਰ ਤੱਕ ਜਾਂਦੇ ਨੇ ਜਿੱਥੋਂ ਤੱਕ ਰਿਸਕ ਲੈ ਸਕਦੇ ਆ ਔਰ ਜਿੱਦਾਂ ਹੀ ਥੋੜਾ ਸਾਡਾ ਹਨੇਰਾ ਮਤਲਬ ਡਰ ਵਾਲਾ ਥੋੜਾ ਹਟੇਗਾ, ਥੋੜਾ ਚਾਨਣਾ ਆਏਗਾ ਤੇ ਸਭ ਰਾਤੋਂ ਰਾਤ ਖੁੱਲ ਜਾਣੇ। ਤੁਸੀਂ ਰਿਸਕ ਦੀ ਗੱਲ ਕੀਤੀ, ਕੋਲ UK ਦੇ ਵਿੱਚ ਵੀ ਇਹ ਸਵਾਲ ਚੱਕੇ ਗਏ ਸੀ ਕਿ ਇੰਡੀਆ ਦੇ ਵਿੱਚ ਇੰਨੇ ਜ਼ਿਆਦਾ ਮਾੜੇ ਹਾਲਾਤ ਨੇ ਕਿ UK ਨੂੰ ਬੈਨ ਕਿਉਂ ਨਹੀਂ ਕੀਤਾ ਗਿਆ ਇੰਡੀਅਨਸ ਨੂੰ ਉੱਥੇ ਆਉਣ ਤੋਂ, ਜਾਂ ਫਿਰ ਉਹਨਾਂ ਨੇ ਵੀ ਫਿਰ ਬੈਨ ਕਰ ਦਿੱਤਾ, ਸ਼ਾਇਦ ਦਬਾਅ ਦੇ ਵਿੱਚ ਆ ਕੇ ਕੀਤਾ ਜਾਂ ਆਪਣੀ ਸੇਫਟੀ ਦੇ ਲਈ ਕੀਤਾ। ਆਬਵੀਅਸਲੀ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਸਾਨੂੰ ਵੁਹਾਨ ਵਾਂਗੂ ਪੇਸ਼ ਕੀਤਾ ਗਿਆ ਕਿ ਇੱਥੇ ਇੰਨੇ ਲੋਕ, ਨਦੀਆਂ ਇੰਨਾ ਲਾਸ਼ਾਂ ਤੈਰ ਰਹੀਆਂ ਨੇ, ਸਭ ਪਾਸੇ ਲੋਕ ਡਰ ਮਤਲਬ ਮਰਦ ਰਹੇ ਨੇ, ਕੋਈ ਕੰਧ ਨਾਲ ਖੜਾ, ਕੋਈ ਸਹਾਰੇ ਨਾਲ ਲੈ ਕੇ ਖੜਾ, ਕੋਈ ਰੇਹੜੀ ਤੇ ਪਾ ਕੇ ਲਈ ਜਾ ਰਿਹਾ। ਬਿਕੋਜ਼ ਜਦੋਂ ਮੀਡੀਆ ਨੇ ਕੈਪਚਰ ਕਰਨਾ ਉਹਨੇ ਉਹ ਈਵੈਂਟ ਕੈਪਚਰ ਕਰਨੀ ਹੈ ਜਿਹੜੀ ਅਨੋਖੀ ਕੱਲੀ ਆ। ਸੋ ਆਬਵੀਅਸਲੀ ਸਾਨੂੰ ਪੇਸ਼ ਜਦੋਂ ਵੁਹਾਨ ਵਾਂਗੂ ਕੀਤਾ ਜਾਏਗਾ ਤਾਂ ਸਾਰੀ ਦੁਨੀਆ ਡਰੇਗੀ। ਬਿਲਕੁਲ। ਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਅੱਜ ਉਹਨਾਂ ਦੀ ਪੂਰੀ ਜਾਣਕਾਰੀ ਮਿਲ ਗਈ ਹੋਏਗੀ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਪਹਿਲੂ ਦੇ ਉੱਤੇ ਥੋੜੀ ਗੱਲਬਾਤ ਜ਼ਰੂਰ ਕੀਤੀ ਜਾਏ। ਅਰਵਿੰਦਰਪਾਲ ਜੀ, ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ ਅਖੀਰ ਤੇ? ਡਰੋ ਨਹੀਂ, ਬਿਕੋਜ਼ ਜਿਹੜੇ ਸਟੂਡੈਂਟਸ ਕੋਲ ਇਹੀ ਅਪਰਚੂਨਿਟੀ ਹੈ, ਇਹੀ ਟਾਈਮ ਆ। ਸੋ ਜਿੱਦਾਂ ਤੁਹਾਨੂੰ ਦੱਸਿਆ 3 ਕੰਟਰੀ USA, UK ਔਰ ਕੈਨੇਡਾ, ਅਗਰ ਤੁਸੀਂ ਐਲੀਜੀਬਲ ਹੋ ਆਪਣੀ ਐਪਲੀਕੇਸ਼ਨਸ ਜ਼ਰੂਰ ਲਾਓ ਬਿਕੋਜ਼ ਇਹ ਸਮਾਂ ਸ਼ਾਇਦ ਦੁਬਾਰਾ ਮੁੜ ਕੇ ਏਡੀ ਜਲਦੀ ਨਹੀਂ ਆਉਂਦਾ ਹੁੰਦਾ ਜੀ। ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਸ਼ੁਕਰੀਆ। ਪਿਆਰੇ ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ। ਬਰੁਨ ਕੌਰ ਮਾਨ ਨੂੰ ਦਿਓ ਆ ਗਿਆ ਤੇ ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।